हेलो हेलो। हाँ जी, नमस्कार, राम राम, सत श्री अकाल जी। वेलकम टू दी ऑनलाइन ਸੈਸ਼ਨ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਕਲਾਸ ਦੇ ਵਿੱਚ। ਇੱਕ ਵਾਰੀ ਫਟਾਫਟ ਕਨਫਰਮੇਸ਼ਨ ਦੇ ਦਿਓ ਬਈ ਆਡੀਓ ਵੀਡੀਓ ਕਲੀਅਰ ਹੈ ਸਭ ਨੂੰ। ਸੋ ਲਾਸਟ ਸੈਸ਼ਨ ਦੇ ਵਿੱਚ ਆਪਾਂ ਸਟਾਰਟ ਕੀਤਾ ਸੀ ਆਪਣਾ ਟੌਪਿਕ ਦੈਟ ਇਜ਼ ਬਾਇਓਡਾਇਵਰਸਿਟੀ ਐਂਡ ਕੰਜ਼ਰਵੇਸ਼ਨ। ਠੀਕ ਹੈ, ਉਹਦੇ ਵਿੱਚ ਆਪਾਂ ਬਾਇਓਡਾਇਵਰਸਿਟੀ ਦਾ ਮਤਲਬ ਸਮਝਿਆ ਸੀ, ਬਾਇਓਡਾਇਵਰਸਿਟੀ ਦਾ ਮਤਲਬ ਕੀ ਹੁੰਦਾ ਹੈ ਨਾ, ਉਹਦੇ ਬਾਰੇ ਆਪਾਂ ਜਾਣਕਾਰੀ ਲਿੱਤੀ ਸੀ। ਇੱਕ ਵਾਰੀ ਫਟਾਫਟ ਕਨਫਰਮੇਸ਼ਨ ਜ਼ਰੂਰ ਦੇ ਦਿਓ ਵੀ ਆਡੀਓ ਵੀਡੀਓ ਕਲੀਅਰ ਹੈ। ਸੋ ਅੱਜ ਆਪਾਂ ਡਿਸਕਸ ਕਰਨਾ ਹੈ ਜਿਹੜੀਆਂ ਤਿੰਨ ਤਰ੍ਹਾਂ ਦੀਆਂ ਡਾਈਵਰਸਿਟੀ ਸੀਗੀਆਂ, ਉਹਦੇ ਵਿੱਚੋਂ ਆਪਾਂ ਦੇਖਣਾ ਹੈ ਇਕੋਲੋਜੀਕਲ ਡਾਈਵਰਸਿਟੀ ਦੇ ਕਿੰਨੇ ਟਾਈਪਸ ਨੇ ਆਪਣੇ ਕੋਲ। ਠੀਕ ਹੈ, ਚਲੋ। ਤਿੰਨ ਤਰ੍ਹਾਂ ਦੀ ਡਾਈਵਰਸਿਟੀ ਪੜ੍ਹੀ ਸੀ, ਤਾਂ ਫਟਾਫਟ ਮੈਂਸ਼ਨ ਕਰ ਦਿਓ ਕਿਹੜੀ ਕਿਹੜੀ ਸੀ ਉਹ ਡਾਈਵਰਸਿਟੀ। ਸੋ ਬਾਇਓਡਾਇਵਰਸਿਟੀ ਤਿੰਨ ਤਰ੍ਹਾਂ ਦੀ ਸੀ ਆਪਣੇ ਕੋਲ। ਇੱਕ ਸੀਗਾ ਜੈਨੇਟਿਕ ਡਾਈਵਰਸਿਟੀ, ਠੀਕ ਹੈ ਜੀ। ਦੂਸਰੇ ਪਾਸੇ ਆਪਾਂ ਗੱਲ ਕਰੀਏ ਆਪਣੀ ਸਪੀਸ਼ੀਜ਼ ਡਾਈਵਰਸਿਟੀ ਹੁੰਦੀ ਹੈ। ਠੀਕ ਹੈ, ਤੇ ਥਰਡ ਹੁੰਦਾ ਆਪਣੇ ਕੋਲ ਇਕੋਲੋਜੀਕਲ ਡਾਈਵਰਸਿਟੀ। ਸੋ ਤਿੰਨ ਤਰ੍ਹਾਂ ਦੀ ਡਾਈਵਰਸਿਟੀ ਆਪਾਂ ਪੜ੍ਹਨੀਆਂ ਹੈ, ਜੈਨੇਟਿਕ ਡਾਈਵਰਸਿਟੀ, ਸਪੀਸ਼ੀਜ਼ ਡਾਈਵਰਸਿਟੀ ਐਂਡ ਇਕੋਲੋਜੀਕਲ ਡਾਈਵਰਸਿਟੀ। ਜੈਨੇਟਿਕ ਡਾਈਵਰਸਿਟੀ ਦੇ ਵਿੱਚ ਮੈਂ ਕੱਲ ਇੱਕ ਐਗਜ਼ਾਮਪਲ ਦਿੱਤੀ ਸੀ ਇੱਕ ਪਲਾਂਟ ਦੀ, ਰੋਵੋਲਫੀਆ ਵਾਮਿਟੋਰੀਆ। ਠੀਕ ਹੈ, ਇਹਦੇ ਵਿੱਚ ਇਹ ਕੀ ਹੈ, ਇੱਕ ਮੈਡੀਸਿਨਲ ਪਲਾਂਟ ਹੁੰਦਾ ਹੈ, ਹਿਮਾਲਯਨ ਰੇਂਜ ਦੇ ਵਿੱਚ, ਹਿਮਾਲਯਨ ਰੀਜਨ ਦੇ ਵਿੱਚ ਪਾਇਆ ਜਾਂਦਾ ਹੈ। ਇਹ ਇੱਕ ਮੈਡੀਸਿਨਲ ਪਲਾਂਟ ਹੈ ਕਿਉਂਕਿ ਇਹਦੇ ਵਿੱਚ ਇੱਕ ਕੈਮੀਕਲ ਪਾਇਆ ਜਾਂਦਾ ਹੈ ਜਿਹਨੂੰ ਆਪਾਂ ਨਾਮ ਦਿੰਦੇ ਹਾਂ ਦੈਟ ਇਜ਼ ਨੋਨ ਐਸ ਰੈਜ਼ਰਪਾਈਨ, ਹੈ ਨਾ। ਕੱਲ ਮੈਂ ਦੱਸਿਆ ਸੀ ਸਾਈਜ਼ੋਫਰੇਨੀਆ ਵਗੈਰਾ ਦੇ ਟ੍ਰੀਟਮੈਂਟ ਵਾਸਤੇ, ਹਾਈ ਬੀਪੀ ਨੂੰ ਕੰਟਰੋਲ ਕਰਨ ਵਾਸਤੇ, ਟ੍ਰੈਂਕੁਲਾਈਜ਼ਰ ਦੇ ਤੌਰ ਤੇ ਇਹ ਆਪਣੇ ਕੋਲ ਕੀ ਹੈ, ਯੂਜ਼ ਹੁੰਦਾ ਹੈ ਰੈਜ਼ਰਪਾਈਨ, ਹੈ ਨਾ। ਹੁਣ ਹਿਮਾਲਯਨ ਰੀਜਨ ਦੀ ਗੱਲ ਕਰੀਏ, ਇੱਕ ਪਾਸੇ ਤਾਂ ਇਹਦਾ ਜਿਹੜਾ ਐਕਸਪ੍ਰੈਸ਼ਨ ਹੈ ਜੀਨ ਦਾ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਜਿਹਦੇ ਕਰਕੇ ਕੈਮੀਕਲ ਜ਼ਿਆਦਾ ਪ੍ਰੋਡਿਊਸ ਹੋ ਰਿਹਾ ਹੈ, ਲੇਕਿਨ ਦੂਸਰੇ ਪਾਸੇ ਆਪਾਂ ਗੱਲ ਕਰਦੇ ਹਾਂ ਦੂਸਰੇ ਰੀਜਨ ਦੇ ਵਿੱਚ, ਤਾਂ ਉੱਥੇ ਆਪਣੇ ਕੋਲ ਜਿਹੜਾ ਕੈਮੀਕਲ ਹੈ ਉਹ ਘੱਟ ਪ੍ਰੋਡਿਊਸ ਹੋ ਰਿਹਾ ਹੈ। ਠੀਕ ਹੈ, ਸੋ ਘੱਟ ਪ੍ਰੋਡਕਸ਼ਨ ਹੋ ਰਹੀ ਹੈ ਤਾਂ ਮਤਲਬ ਜੀਨਸ ਆਪਦੇ ਆਪ ਨੂੰ ਡਿਫਰੈਂਸ਼ੀਅਲੀ ਐਕਸਪ੍ਰੈਸ ਕਰ ਰਹੇ ਹੈ, ਕਿਤੇ ਜ਼ਿਆਦਾ ਐਕਸਪ੍ਰੈਸ ਕਰ ਰਹੇ ਹੈ, ਕਿਤੇ ਆਪਣੇ ਕੋਲ ਘੱਟ ਐਕਸਪ੍ਰੈਸ ਕਰ ਰਹੇ ਹੈ। ਠੀਕ ਹੈ ਜੀ, ਇੰਨੀ ਗੱਲ ਕਲੀਅਰ ਹੈ। ਚਲੋ, ਤਾਂ ਹੁਣ ਸਪੀਸ਼ੀਜ਼ ਡਾਈਵਰਸਿਟੀ, ਸਪੀਸ਼ੀਜ਼ ਦੇ ਵਿੱਚ ਆਪਾਂ ਨੂੰ ਕੀ ਹੈ, ਵੇਰੀਏਸ਼ਨ ਦੇਖਣ ਨੂੰ ਮਿਲਦੀ ਹੈ। ਸਪੀਸ਼ੀਜ਼ ਦੀ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਵੈਰਾਈਟੀ ਦੇਖਣ ਨੂੰ ਮਿਲਦੀ ਹੈ। ਆਪਾਂ ਦੇਖਿਆ ਸੀ ਜਦੋਂ ਵੀ ਸਪੀਸ਼ੀਜ਼ ਡਾਈਵਰਸਿਟੀ ਦੀ ਗੱਲ ਕਰਾਂਗੇ ਤਾਂ ਸਪੀਸ਼ੀਜ਼ ਡਾਈਵਰਸਿਟੀ ਦੇ ਵਿੱਚ ਦੋ ਇੰਪੋਰਟੈਂਟ ਚੀਜ਼ਾਂ ਨੇ। ਚਲੋ ਫਟਾਫਟ ਦੱਸੋ ਕਿਹੜੀਆਂ ਕਿਹੜੀਆਂ ਇੰਪੋਰਟੈਂਟ ਚੀਜ਼ਾਂ ਸੀਗੀਆਂ ਉਹ ਆਪਣੀਆਂ। ਸਪੀਸ਼ੀਜ਼ ਡਾਈਵਰਸਿਟੀ ਦੇ ਵਿੱਚ ਕਿਹੜੀਆਂ ਕਿਹੜੀਆਂ ਇੰਪੋਰਟੈਂਟ ਚੀਜ਼ਾਂ ਸੀ? ਇੱਕ ਤੁਸੀਂ ਕਹੋਗੇ ਜੀ
ਇੱਕ ਹੁੰਦਾ ਹੈ ਜੀ ਆਪਣੇ ਕੋਲ ਸਪੀਸੀਜ਼ ਰਿਚਨੈਸ, ਠੀਕ ਹੈ, ਤੇ ਇੱਕ ਹੁੰਦਾ ਹੈ ਜੀ ਆਪਣੇ ਕੋਲ ਸਪੀਸੀਜ਼ ਈਵਨਨੈਸ। ਕੀ ਹੁਣ ਤੁਸੀਂ ਇਹਦਾ ਮਤਲਬ ਦੱਸ ਸਕਦੇ ਹੋ? ਸਪੀਸੀਜ਼ ਰਿਚਨੈਸ ਦਾ ਕੀ ਪੜਿਆ ਸੀ ਤੇ ਆਪਾਂ ਸਪੀਸੀਜ਼ ਈਵਨਨੈਸ ਦਾ ਕੀ ਪੜਿਆ ਸੀ? ਤੁਸੀਂ ਕਹੋਗੇ ਸਪੀਸੀਜ਼ ਰਿਚਨੈਸ ਕੀ ਹੁੰਦੀ ਹੈ? ਪਾਰਟਿਕੂਲਰ ਪਰ ਯੂਨਿਟ ਸਕੁਅਰ ਜਾਂ ਪਰ ਯੂਨਿਟ ਏਰੀਆ ਦੇ ਅੰਦਰ ਆਪਾਂ ਨੂੰ ਕਿੰਨੀਆਂ ਸਪੀਸੀਜ਼ ਦੇਖਣ ਨੂੰ ਮਿਲਦੀਆਂ ਹੈ ਨਾ, ਉਹਨੂੰ ਆਪਾਂ ਨਾਮ ਦਿੱਤਾ ਸੀ, ਉਹ ਆਪਣੇ ਕੋਲ ਕੀ ਸੀਗਾ ਜੀ? ਸਪੀਸੀਜ਼ ਰਿਚਨੈਸ। ਦੂਜੇ ਪਾਸੇ ਗੱਲ ਕਰੀਏ ਸਪੀਸੀਜ਼ ਈਵਨਨੈਸ, ਮਤਲਬ ਕਿੰਨੇ ਇਕੁਇਲਿਬ੍ਰੀਅਮ, ਕਿੰਨੀ ਇਕੁਇਟੇਬਿਲਿਟੀ ਸ਼ੋ ਕਰਦੀ ਹੈ ਸਪੀਸੀਜ਼ ਆਪਣੀ ਡਿਫਰੈਂਟ ਇਕੋਸਿਸਟਮ ਦੇ ਵਿੱਚ। ਕਲੀਅਰ ਹੈ? ਸੋ ਇਹ ਦੋ ਚੀਜ਼ਾਂ, ਸੋ ਇਹਨਾਂ ਦੇ ਉੱਪਰ ਡਿਪੈਂਡੈਂਟ ਹੁੰਦੀ ਹੈ ਆਪਣੀ ਸਪੀਸੀਜ਼ ਡਾਇਵਰਸਿਟੀ। ਤੇ ਥਰਡ ਆਪਾਂ ਪੜ੍ਹੀ ਸੀ ਦੈਟ ਇਜ਼ ਇਕੋਲੋਜੀਕਲ ਡਾਇਵਰਸਿਟੀ। ਕਿਸੇ ਇਕੋਸਿਸਟਮ, ਆਪਾਂ ਕਹਿੰਦੇ ਆ ਜੀ ਬਹੁਤ ਜ਼ਿਆਦਾ ਸਾਨੂੰ ਆਪਣੀ ਅਰਥ ਦੇ ਉੱਪਰ ਇਕੋਸਿਸਟਮ ਦੇਖਣ ਨੂੰ ਮਿਲਦੇ ਹੈ। ਫੋਰੈਸਟ ਇੱਕ ਇਕੋਸਿਸਟਮ ਹੈ, ਇੱਕ ਆਪਣੇ ਕੋਲ ਜਿਹੜਾ ਡੈਜ਼ਰਟ ਹੈ ਉਹ ਇੱਕ ਇਕੋਸਿਸਟਮ ਹੈ। ਸੋ ਇਕੋਸਿਸਟਮ ਦੇ ਲੈਵਲ ਤੇ ਜਾ ਕੇ, ਯਾਨੀ ਸਭ ਤੋਂ ਵੱਡਾ ਲੈਵਲ ਜੋ ਵੇਰੀਏਸ਼ਨ ਸ਼ੋ ਕਰ ਰਿਹਾ ਹੈ ਉਹ ਕੀ ਹੈ ਜੀ? ਇਕੋਲੋਜੀਕਲ ਡਾਇਵਰਸਿਟੀ। ਕਹਾਣੀ ਇੱਥੇ ਖਤਮ ਕੀਤੀ ਸੀ ਕੱਲ, ਹੈ ਨਾ। ਅੱਗੇ ਚੱਲਦੇ ਹਾਂ। ਇੱਥੇ ਜਿਹੜਾ ਆਪਣਾ ਇਕੋਲੋਜੀਕਲ ਡਾਇਵਰਸਿਟੀ ਹੈ ਉਹ ਆਪਣੀ ਤਿੰਨ ਤਰ੍ਹਾਂ ਦੀ ਹੁੰਦੀ ਹੈ। ਕਿਹੜੀ ਕਿਹੜੀ ਜੀ? ਤੁਸੀਂ ਕਹੋਗੇ ਇੱਕ ਹੁੰਦਾ ਹੈ ਅਲਫਾ ਡਾਇਵਰਸਿਟੀ, ਠੀਕ ਹੈ, ਇੱਕ ਹੁੰਦੀ ਹੈ ਆਪਣੇ ਕੋਲ ਅਲਫਾ ਡਾਇਵਰਸਿਟੀ, ਇੱਕ ਹੁੰਦੀ ਹੈ ਜੀ ਆਪਣੇ ਕੋਲ ਬੀਟਾ ਡਾਇਵਰਸਿਟੀ, ਇੱਕ ਹੁੰਦੀ ਹੈ ਆਪਣੇ ਕੋਲ ਗਾਮਾ ਡਾਇਵਰਸਿਟੀ। ठीक है, सो अल्फा बीटा एंड गामा। सो यह डाइवर्सिटीज ਹੁੰਦੀਆਂ ਆਪਣੇ ਕੋਲ अल्फा बीटा एंड गामा। ਤਾਂ 1 ਬਾਈ 1 ਇਹਨਾਂ ਦਾ ਮਤਲਬ ਸਮਝਣਾ ਹੈ ਆਪਾਂ। अल्फा बीटा ਤੇ गामा ਦਾ ਮਤਲਬ ਕੀ ਹੈ? अल्फा बीटा गामा डाइवर्सिटी ਦਾ ਮਤਲਬ ਕੀ ਹੈ? ਤਾਂ ਫਟਾਫਟ ਮੈਂਸ਼ਨ ਕਰੋ ਇੱਥੇ ਤੱਕ ਕਿਸੇ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਡਾਊਟ ਹੈ ਤਾਂ। बोलो जी, किसी भी प्रकार का डाउट है इत्थे तक तो पहला तुसी पूछ सकते हो, फिर आप आगे चलते हैं। तो देखो तो सब तो पहला डिस्कस करांगे आप अल्फा डाइवर्सिटी। है ना, की हुंदी है अपने कोल अल्फा डाइवर्सिटी, है ना। तो ना इत्थे एक सिंपल एग्जांपल लेके चलदा मैं। जदों किसे आपां एक पर्टिकुलर एरिया की गल कर रहे हैं, उत्थे जो आपां नूं डाइवर्सिटी देखने को मिल रही है उन्होंने आपां नाम देवांगे अल्फा डाइवर्सिटी। एक हुंदा है डाइवर्सिटी इंट्रा कम्यूनिटी, एक डाइवर्सिटी हुंदा अपने कोल इंटर कम्यूनिटी। हुण की मतलब है जी इंट्रा कम्यूनिटी का, की मतलब है जी अपने कोल इंटर कम्यूनिटी का। तो अल्फा डाइवर्सिटी की है जी अपने कोल इंट्रा कम्यूनिटी, मतलब विद इन वन कम्यूनिटी। इंट्रा का मतलब की हुंदा विद इन वन। इत्थे नाल ही आपां डिस्कस कर लैंदे हां दैट इज बीटा डाइवर्सिटी। ठीक है, तो अल्फा डाइवर्सिटी ते बीटा डाइवर्सिटी। बीटा डाइवर्सिटी की गल करांगे इंटर कम्यूनिटी। हुण की मतलब है इहदा, है ना। तो अपने को दो चीज़ां देखने को मिल रही हैं, एक है इंटर कम्यूनिटी, एक है अपने को इंट्रा कम्यूनिटी। तो इंट्रा का मतलब पता है थानू, विद इन द सेम कम्यूनिटी। इंटर का मतलब बिटवीन टू कम्यूनिटी। यानी अगर आप इको ही एरिया की इको ही रीजन की गल कर रहे हैं, उत्थे दी डाइवर्सिटी नूं एक्सप्लेन करने की कोशिश कर रहे हैं, तो उन्होंने आप बोलांगे दैट इज नोन एज
ਅਲਫਾ ਡਾਈਵਰਸਿਟੀ। ਅਗਰ ਆਪਾਂ ਕਿਸੇ ਦੋ ਰੀਜਨ ਨੂੰ ਕੰਪੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਉਹਨੂੰ ਆਪਾਂ ਕੀ ਨਾਮ ਦੇਵਾਂਗੇ ਫਿਰ, that is known as ਬੀਟਾ ਡਾਈਵਰਸਿਟੀ। ਤੁਸੀਂ ਕਹੋਗੇ ਸਰ ਸਮਝ ਨਹੀਂ ਆਇਆ, ਤਾਂ ਮੈਂ ਲਿਖਾਂ ਇੱਕ ਸਿੰਗਲ ਹੈਬਿਟੇਟ ਦੇ ਵਿੱਚ ਜਿਹੜੀ ਲੋਕਲ ਡਾਈਵਰਸਿਟੀ ਹੁੰਦੀ ਹੈ, ਗੱਲ ਆ ਗਈ ਉਹੀ है ना। ਸਿੰਗਲ ਕਮਿਊਨਿਟੀ ਦੇ ਵਿੱਚ ਅਗਰ ਆਪਾਂ ਗੱਲ ਕਰ ਰਹੇ ਹਾਂ, ਸਿੰਗਲ ਹੈਬਿਟੇਟ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੀ ਲੋਕਲ ਡਾਈਵਰਸਿਟੀ ਹੁੰਦੀ ਹੈ, ਮੈਂ ਕਹਿੰਦਾ ਜੀ ਇੱਕ ਕਿੱਲੇ ਬਾਗ ਹੈ ਸਾਡਾ, ਹੈ ਸਪੋਜ਼ ਕਰ ਲਓ ਇੱਕ ਕਿੱਲੇ ਬਾਗ ਹੈ, ਤੁਹਾਨੂੰ ਇੱਕ ਬਾਗ ਦਿੱਤਾ ਗਿਆ ਤੇ ਉਹਦੇ ਵਿੱਚ ਤੁਹਾਨੂੰ ਡਾਈਵਰਸਿਟੀ ਦੇਖਣ ਨੂੰ ਕਿਹਾ ਗਿਆ ਹੈ। ਸੋ 1 ਹੈਕਟੇਅਰ ਲੈਂਡ ਦੀ ਗੱਲ ਕਰੀਏ, ਇੱਕ ਕਿੱਲੇ ਬਾਗ ਦੀ ਗੱਲ ਕਰੀਏ ਤਾਂ ਉੱਥੇ ਜੋ ਤੁਹਾਨੂੰ ਡਾਈਵਰਸਿਟੀ ਦੇਖਣ ਨੂੰ ਮਿਲੇਗੀ ਉਹ ਕੀ ਹੋਏਗੀ ਜੀ ਆਪਣੇ ਕੋਲ ਅਲਫਾ ਡਾਈਵਰਸਿਟੀ। ਸਿੰਗਲ ਹੈਬਿਟੇਟ यानी लोकल डाइवर्सिटी की गल हो रही है, मैं कहता जी आह अबोहर है ना, आ कहता जी मैं बठिंडा है। दिख रहा नहीं, दिख रहा, वेट ए मिनट, लो हम दिख रहे हैं ना। सो आप गल कर रहे हैं एक रीजन अपने को अबोहर है, एक रीजन अपने को बठिंडा एरिया है। अबोहर रीजन दे विच भी अपने को कहने आ जी बाग हुंदे है ना, बठिंडा रीजन दे विच भी अपने को की है बाग है। हुण अबोहर एरिया की गल करिए उत्थे अपने को लोकल डाइवर्सिटी एक बाग दे विच जिन्नी डाइवर्सिटी देखने को मिलेगी उन्होंने आपां की बोलांगे अल्फा डाइवर्सिटी, है ना। ਤੇ ਅਗਰ ਆਪਾਂ ਬਠਿੰਡਾ ਦੀ ਗੱਲ ਕਰਾਂਗੇ, ਬਠਿੰਡਾ ਦੇ ਵਿੱਚ ਆਪਾਂ ਨੂੰ ਡਾਈਵਰਸਿਟੀ ਦੇਖਣ ਨੂੰ ਮਿਲਦੀ ਹੈ, ਉਹਨੂੰ ਵੀ ਆਪਾਂ ਕੀ ਬੋਲਾਂਗੇ, that is known as ਅਲਫਾ ਡਾਈਵਰਸਿਟੀ। ਹਲੇ ਗੱਲ ਮੈਂ ਅਲਫਾ ਦੀ ਕਰ ਰਿਹਾ ਹਾਂ, ਇਹਦਾ ਸਿੰਪਲ ਜਿਹਾ ਮਤਲਬ ਕੀ ਹੈ, ਆਪਾਂ ਕਿਸੇ ਨੂੰ ਹਲੇ ਕੁਝ ਵੀ ਕੰਪੇਅਰ ਨਹੀਂ ਕਰ ਰਹੇ, ਆਪਾਂ ਜਸਟ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਡਾਈਵਰਸਿਟੀ ਦੱਸਣ ਦੀ ਗੱਲ ਕਰ ਰਹੇ ਹਾਂ ਵੀ ਇੱਕ ਲੋਕਲ ਰੀਜਨ ਦੇ ਵਿੱਚ ਸਾਨੂੰ ਕਿੰਨੇ ਆਰਗੇਨਿਜ਼ਮ ਜਾਂ ਕਿੰਨੀ ਡਾਈਵਰਸਿਟੀ ਦੇਖਣ ਨੂੰ ਮਿਲੇਗੀ। ਸੋ that is ਅਲਫਾ ਡਾਈਵਰਸਿਟੀ। ਹੁਣ ਤੁਸੀਂ ਕਹੋਗੇ ਜੀ ਸਰ ਪਟਿਆਲੇ ਵਾਲੇ ਪਾਸੇ ਵੀ ਬਾਗ ਹੈਗੇ ਆ ਤਾਂ ਉੱਥੋਂ ਦੀ ਅਲਫਾ ਡਾਈਵਰਸਿਟੀ ਹੈ, ਕੰਪੇਅਰ ਨਹੀਂ ਕੀਤਾ, ਜਸਟ ਆਪਾਂ ਦੱਸ ਰਹੇ ਹਾਂ, ਹੈ ਨਾ। ਦੂਸਰੇ ਪਾਸੇ ਗੱਲ ਕਰੀਏ ਸਰ ਮੋਹਾਲੀ ਵਾਲੇ ਏਰੀਆ ਦੇ ਵਿੱਚ ਵੀ ਆਪਣੇ ਕੋਲ ਬਾਗ ਹੈਗੇ ਆ, ਤਾਂ ਬਿਲਕੁਲ ਹੈਗੇ ਆ, ਉੱਥੋਂ ਦੀ ਡਾਈਵਰਸਿਟੀ ਆਪਾਂ ਨੂੰ ਕੀ ਕਹਿਲਾਏਗੀ, ਦੈਟ ਇਜ਼ ਅਲਫਾ ਡਾਈਵਰਸਿਟੀ। ठीक है, सो अल्फा डाइवर्सिटी एक लोकल एरिया की आपां गल करांगे, एक लोकल डाइवर्सिटी की जो गल होएगी उन्होंने आपां नाम देवांगे, दैट इज नोन एज अल्फा डाइवर्सिटी। एक सिंपल जी एग्जांपल दे के मैं समझा सकदा हां। एक सिंपल आपां पौंड की गल करिए, एक पौंड है अपने कोल, ठीक है, ਉਹਦੇ ਵਿੱਚ ਆਪਣੇ 10 ਤਰ੍ਹਾਂ ਦੇ ਮੈਂ ਐਗਜ਼ਾਮਪਲ ਲੈ ਕੇ ਚੱਲ ਰਹਾ ਹਾਂ ਵੀ ਉਹ ਫਰੋਗ ਦੀਆਂ ਸਪੀਸੀਜ਼ ਹੈ, ਵੀ 10 ਤਰ੍ਹਾਂ ਦੇ ਫਰੋਗ ਦੇਖਣ ਨੂੰ ਮਿਲਦੇ ਹੈ। ਇੱਕ ਪੌਂਡ ਹੈ, ਇੱਕ ਪੌਂਡ ਦੇ ਵਿੱਚ ਆਪਾਂ ਨੂੰ 10 ਤਰ੍ਹਾਂ ਦੇ ਕੀ ਦੇਖਣ ਨੂੰ ਮਿਲਦੇ ਹੈ, ਫਰੋਗ ਦੇਖਣ ਨੂੰ ਮਿਲਦੇ ਹੈ। 8 ਪਲਾਂਟਸ ਨੇ, ਯਾਨੀ 8 ਤਰ੍ਹਾਂ ਦੇ ਪਲਾਂਟਸ ਦੇਖਣ ਨੂੰ ਮਿਲਦੇ ਹੈ ਤੇ 5 ਤਰ੍ਹਾਂ ਦੇ ਇਨਸੈਕਟ ਦੇਖਣ ਨੂੰ ਮਿਲਦੇ ਹੈ। ਇੱਕ ਪੌਂਡ ਦੀ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ, ਇੱਕ ਪੌਂਡ ਦੇ ਵਿੱਚ ਸਾਨੂੰ 10 ਤਰ੍ਹਾਂ ਦੇ ਫਰੋਗ ਦੇਖਣ ਨੂੰ ਮਿਲਦੇ ਹੈ, 8 ਤਰ੍ਹਾਂ ਦੇ ਪਲਾਂਟ ਦੇਖਣ ਨੂੰ ਮਿਲਦੇ ਹੈ ਤੇ 5 ਤਰ੍ਹਾਂ ਦੇ ਇਨਸੈਕਟ ਦੇਖਣ ਨੂੰ ਮਿਲਦੇ ਹੈ। ਉਹਨੂੰ ਆਪਾਂ ਕੀ ਬੋਲਾਂਗੇ, ਤੁਸੀਂ ਸਿੰਪਲ ਕਹੋਗੇ ਜੀ ਇਹ ਉਸ ਲੋਕਲ ਏਰੀਆ ਦੀ ਡਾਈਵਰਸਿਟੀ ਹੈ, ठीक है। ਹੁਣ ਆਪਾਂ ਅਪੀਅਰ ਹੋ ਜੀ, ਹੈ ਨਾ। ਸੋ ਅਲਫਾ ਡਾਈਵਰਸਿਟੀ ਦਾ ਮਤਲਬ ਕੀ ਹੈ ਜੀ, ਆਪਣੇ ਕੋਲ ਕਿਸੇ ਲੋਕਲ ਏਰੀਆ ਦੇ ਵਿੱਚ ਗਿਵਨ ਹੈਬਿਟੇਟ ਦੇ ਵਿੱਚ ਕਿਸੇ ਲੋਕਲ ਡਾਈਵਰਸਿਟੀ ਦੀ ਜਦੋਂ ਗੱਲ ਹੋਏਗੀ ਉਹਨੂੰ ਆਪਾਂ ਨਾਮ ਦੇਵਾਂਗੇ ਅਲਫਾ ਡਾਈਵਰਸਿਟੀ। ਇੱਕ ਜੰਗਲ ਹੈਗਾ ਹੈ ਅਬੋਹਰ ਏਰੀਆ ਦੇ ਵਿੱਚ, ਉੱਥੇ ਆਪਾਂ ਨੂੰ ਕਿੰਨੇ ਇਨਸੈਕਟ, ਕਿੰਨੇ ਤਰ੍ਹਾਂ ਦੇ ਇਨਸੈਕਟ ਦੇਖਣ ਨੂੰ ਮਿਲਦੇ ਹੈ। ਆਪਾਂ ਗੱਲ ਕਰੀਏ ਆਪਣੇ ਕੋਲ ਕਿੰਨੇ ਤਰ੍ਹਾਂ ਦੇ ਜਿਹੜੇ ਆਪਣੇ ਕਾਰਨੀਵੋਰਸ ਆ ਉਹ ਦੇਖਣ ਨੂੰ ਮਿਲਦੇ ਹੈ, ਹਰਬੀਵੋਰਸ ਦੇਖਣ ਨੂੰ ਮਿਲਦੇ ਹੈ, ਤਾਂ ਉੱਥੋਂ ਦੀ ਲੋਕਲ ਡਾਈਵਰਸਿਟੀ ਹੈ, ਦੈਟ ਇਜ਼ ਅਲਫਾ ਡਾਈਵਰਸਿਟੀ। ਬੀਟਾ ਡਾਈਵਰਸਿਟੀ ਕੀ ਹੋਏਗਾ, ਹੁਣ ਕਹਾਣੀ ਆਏਗੀ ਬੀਟਾ ਦੀ। ਮੈਂ ਇੱਥੇ ਕਿਹਾ ਅਬੋਹਰ ਦੇ ਵਿੱਚ ਵੀ ਬਾਗ ਸੀਗੇ, ਬਠਿੰਡੇ ਦੇ ਵਿੱਚ ਵੀ ਬਾਗ ਹੈਗੇ ਨੇ, ਅਬੋਹਰ ਦੇ ਵਿੱਚ ਵੀ ਬਾਗ ਹੈਗੇ ਨੇ, ਬਠਿੰਡਾ ਦੇ ਵਿੱਚ ਵੀ ਬਾਗ ਹੈਗੇ ਨੇ। ਇਹਦਾ ਮਤਲਬ ਆਪਾਂ ਦੋ ਡਾਈਵਰਸਿਟੀਜ਼ ਨੂੰ ਕੰਪੇਅਰ ਕਰ ਰਹੇ ਹਾਂ। ਜਦੋਂ ਤੁਸੀਂ ਦੋ ਅਲਫਾ ਡਾਈਵਰਸਿਟੀ ਨੂੰ ਕੰਪੇਅਰ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਨੂੰ ਆਪਾਂ ਕੀ ਬੋਲਾਂਗੇ, ਦੈਟ ਇਜ਼ ਨੋਨ ਐਸ ਬੀਟਾ ਡਾਈਵਰਸਿਟੀ। ਤਾਂ ਦੇਖੋ ਅੱਗੋਂ ਆਪਾਂ ਕਹਾਣੀ ਕੀ ਸ਼ੁਰੂ ਕਰਨੀ ਹੈ ਹੁਣ, ਬੀਟਾ ਡਾਈਵਰਸਿਟੀ ਦੀ।
ਹੁਣ ਅੱਗੇ ਆਪਾਂ ਗੱਲ ਕਿਹਦੀ ਕਰਨੀ ਹੈ, ਬੀਟਾ ਡਾਈਵਰਸਿਟੀ ਦੀ। ਬਸ ਇਹੀ ਚੀਜ਼ਾਂ ਇੰਪੋਰਟੈਂਟ ਨੇ, ਬਾਕੀ ਸਾਰਾ ਆਪਣਾ ਥਿਓਰੇਟਿਕਲ ਪੜਨ ਵਾਲਾ ਪਾर्ट है, कोई ज्यादा दिक्कत वाला पार्ट अपने को है ही नहीं ਅੱਗੇ। ठीक है, सो ਹੁਣ ਆਪਾਂ ਕਿਹਦੀ ਗੱਲ ਕਰਨੀ ਹੈ ਜੀ, ਬੀਟਾ ਡਾਈਵਰਸਿਟੀ ਦੀ। ਤਾਂ ਮੈਂ ਇੱਥੇ ਮੈਂ ਇੱਕ ਐਗਜ਼ਾਮਪਲ ਲੈ ਕੇ ਚੱਲਦਾ ਹਾਂ। ਸੁਪੋਜ਼ ਕਰ ਲਓ ਆਹ ਕੋਈ ਗਿਵਨ ਏਰੀਆ ਹੈ, ਆਹ ਕੋਈ ਗਿਵਨ ਏਰੀਆ ਹੈ, ਆਹ ਕੋਈ ਗਿਵਨ ਏਰੀਆ ਹੈ। ਇਸ ਏਰੀਆ A, ਏਰੀਆ B ਐਂਡ ਏਰੀਆ C। ਏਰੀਆ A ਦੇ ਵਿੱਚ ਕੋਈ ਲੋਕਲ ਡਾਈਵਰਸਿਟੀ ਹੋਏਗੀ, ਉਹਨੂੰ ਮੈਂ ਨਾਮ ਦੇਵਾਂਗਾ ਅਲਫਾ ਡਾਈਵਰਸਿਟੀ। B ਦੀ ਆਪਦੀ ਕੋਈ ਲੋਕਲ ਡਾਈਵਰਸਿਟੀ ਹੋਏਗੀ, ਮੈਂ ਉਹਨੂੰ ਨਾਮ ਦੇਵਾਂਗਾ ਅਲਫਾ ਡਾਈਵਰਸਿਟੀ। C ਇਕੋਸਿਸਟਮ ਦੀ ਆਪਦੀ ਕੋਈ ਅਲੱਗ ਤੋਂ ਡਾਈਵਰਸਿਟੀ ਹੋਏਗੀ, ਉਹਨੂੰ ਆਪਾਂ ਕਵਾਂਗੇ ਅਲਫਾ ਡਾਈਵਰਸਿਟੀ। ਤਾਂ ਸਿਰਫ ਇੱਥੇ ਇਹ ਮਤਲਬ ਸਮਝਣਾ ਹੈ, ਇਸ ਰਿਪਰੈਜ਼ੈਂਟੇਸ਼ਨ ਨਾਲ ਤੁਹਾਨੂੰ ਸਾਰਾ ਆਈਡੀਆ ਕਲੀਅਰ ਹੋ ਜਾਏਗਾ। ਕਿਸੇ ਵੀ ਲੋਕਲ ਡਾਈਵਰਸਿਟੀ ਦੀ ਜਦੋਂ ਆਪਾਂ ਗੱਲ ਕਰਾਂਗੇ ਤਾਂ ਉਹਨੂੰ ਆਪਾਂ ਕੀ ਨਾਮ ਦੇਵਾਂਗੇ, ਦੈਟ ਇਜ਼ ਨੋਨ ਐਸ ਅਲਫਾ ਡਾਈਵਰਸਿਟੀ। ਠੀਕ ਹੈ, ਜਦੋਂ ਤੁਸੀਂ ਕਿਸੇ ਦੋ ਨੂੰ ਕੰਪੇਅਰ ਕਰਨ ਦੀ ਕੋਸ਼ਿਸ਼ ਕਰੋਗੇ, ਦੋ A ਤੇ B, A ਵੀ ਇੱਕ ਰੀਜਨ ਹੈ, B ਵੀ ਇੱਕ ਰੀਜਨ ਹੈ, ਉਹਦੇ ਵਿੱਚ ਜਦੋਂ ਸਪੀਸੀਜ਼ ਨੂੰ ਕੰਪੇਅਰ ਕਰਨਾ ਸਟਾਰਟ ਕਰ ਦੋਗੇ, ਭਾਵੇਂ ਆਪਾਂ ਗੱਲ ਕਰੀਏ ਇਹਨਾਂ ਦੀ, ਭਾਵੇਂ ਆਪਾਂ ਗੱਲ ਕਰੀਏ ਇਹਨਾਂ ਦੀ, ਹੈਨਾ, ਤਾਂ ਆਹ ਫਿਰ ਆਪਣੇ ਕੋਲ ਕੀ ਦਾ ਪਾਰਟ ਆ ਜਾਏਗਾ, ਬੀਟਾ ਡਾਈਵਰਸਿਟੀ ਦਾ। ਕਿਉਂਕਿ ਜਦੋਂ ਇੰਟਰ ਟਰਮ ਯੂਜ਼ ਹੋਗੀ, ਇੰਟਰ ਦਾ ਮਤਲਬ ਹੀ ਕੀ ਹੁੰਦਾ ਹੈ, ਬਿਟਵੀਨ ਟੂ। ਜਦੋਂ ਟਰਮ ਇੰਟਰਾ ਯੂਜ਼ ਹੋਗੀ, ਉਹਦਾ ਮਤਲਬ ਕੀ ਹੁੰਦਾ ਹੈ, ਵਿਦਿਨ। ਤਾਂ ਵਿਦਿਨ ਦਾ ਇੱਕ ਰੀਜਨ ਅਲਫਾ ਡਾਈਵਰਸਿਟੀ, ਬਿਟਵੀਨ ਟੂ ਜਦੋਂ ਕੰਪੇਅਰ ਕਰਾਂਗੇ, ਦੈਟ ਇਜ਼ ਨੋਨ ਐਸ ਬੀਟਾ ਡਾਈਵਰਸਿਟੀ। ਹੁਣ ਇੱਕ ਇਹੋ ਜਿਹੀ ਡਾਈਵਰਸਿਟੀ ਜਿਹਨੂੰ ਆਪਾਂ ਬੋਲਦੇ ਹਾਂ ਗਾਮਾ। ਗਾਮਾ ਦਾ ਮਤਲਬ ਉਹਨੇ ਕੀ ਕਰ ਲਿਆ, ਸਾਰਿਆਂ ਨੂੰ ਆਪਦੇ ਵਿੱਚ ਸਮਾ ਲਿਆ। ਆਹ ਫਿਰ ਆਪਣੇ ਕੋਲ ਡਾਈਵਰਸਿਟੀ ਕੀ ਹੋ ਜਾਏਗੀ, ਗਾਮਾ ਡਾਈਵਰਸਿਟੀ। ਠੀਕ ਹੈ, ਤੁਸੀਂ ਇਹ ਵੀ ਕਹਿੰਦੇ ਹੋ ਨਾ, ਜਿਵੇਂ ਜਿਵੇਂ ਆਪਾਂ ਹਿਮਾਲਯਨ ਰੇਂਜ ਦੀ ਗੱਲ ਕਰੀਏ, ਜਿਵੇਂ ਜਿਵੇਂ ਹਿਮਾਲਿਆ ਦੇ ਬਾਟਮ ਤੋਂ ਹਿਮਾਲਿਆ ਦੇ ਟੌਪ ਤੱਕ ਪਹੁੰਚਦੇ ਆਪਾਂ ਨੂੰ ਬਹੁਤ ਜ਼ਿਆਦਾ ਲੈਵਲ ਤੇ ਸਪੀਸੀਜ਼ ਦੇ ਵਿੱਚ ਵੇਰੀਏਸ਼ਨ ਦੇਖਣ ਨੂੰ ਮਿਲਦੀ ਹੈ। ਹੁਣ ਮੈਂ ਕਹਤਾ ਜੀ ਆਹ ਇੱਕ ਹਿਮਾਲਿਆ ਦੀਆਂ ਚੋਟੀਆਂ ਹੈ ਨਾ, ਆਹ ਚੋਟੀਆਂ ਆਪਣੇ ਕੋਲ ਹਿਮਾਲਿਆ ਦੀਆਂ। ਠੀਕ ਹੈ, ਅਗਰ ਇੱਥੇ ਕਿਹਾ ਜਾਵੇ ਵੀ ਭਾਈ ਇੱਥੇ ਕੁਝ ਆਪਣੀਆਂ ਜਿਹੜੀਆਂ ਸਪੀਸੀਜ਼ ਹੈਗੀਆਂ ਹੈ, ਦਿਖ ਨਹੀਂ ਰਿਹਾ, ਵਾਈਟ ਨਾਲ ਕੰਸੀਡਰ ਕਰਤੇ ਹਲੋ, ਇਸ ਰੀਜਨ ਤੇ ਕੋਈ ਆਪਣੇ ਕੋਲ ਸਪੀਸੀਜ਼ ਰਹਿ ਰਹੀਆਂ ਹੈ, ਇਸ ਰੀਜਨ ਤੇ ਕੋਈ ਸਪੀਸੀਜ਼ ਰਹਿ ਰਹੀਆਂ ਹੈ। ਹੁਣ ਇਸ ਰੀਜਨ ਦੀ ਗੱਲ ਕਰੀਏ ਤਾਂ ਇਹ ਦੀ ਅਲਫਾ ਡਾਈਵਰਸਿਟੀ ਹੈ, ਇਸ ਰੀਜਨ ਦੀ ਗੱਲ ਕਰੀਏ ਇਹ ਦੀ ਅਲਫਾ ਡਾਈਵਰਸਿਟੀ ਹੈ। ਲੇਕਿਨ ਜਦੋਂ ਤੁਸੀਂ ਦੋਨਾਂ ਨੂੰ ਕੰਪੇਅਰ ਕਰੋਗੇ, ਇਹਨੂੰ ਤੇ ਇਹਨੂੰ, ਉਹ ਆਪਣੇ ਕੋਲ ਕੀ ਆ ਜਾਏਗਾ ਜੀ, ਬੀਟਾ ਡਾਈਵਰਸਿਟੀ। ਠੀਕ ਹੈ, ਸੋ ਉਹਨੂੰ ਆਪਾਂ ਕੀ ਨਾਮ ਦੇਣਾ ਸ਼ੁਰੂ ਕਰ ਦਾਂਗੇ, ਦੈਟ ਇਜ਼ ਨੋਨ ਐਸ ਬੀਟਾ ਡਾਈਵਰਸਿਟੀ। ਬੋਲੋ ਵੀ ਇੱਕ ਵਾਰੀ ਮੈਨੂੰ ਕਨਫਰਮੇਸ਼ਨ ਦੇ ਦਿਓ ਇੱਥੇ ਤੱਕ, ਥੰਬਸ ਅਪ ਦਾ ਸਾਈਨ ਲਗਾ ਕੇ ਵੀ ਇੰਨੀ ਗੱਲ ਸਾਨੂੰ ਕਲੀਅਰ ਹੈ। ਫਿਰ ਆਪਾਂ ਅੱਗੇ ਲਾਸਟ ਪੜਾਂਗੇ ਗਾਮਾ ਡਾਈਵਰਸਿਟੀ। ਕਿ ਜਦੋਂ ਤੁਸੀਂ ਅਲੱਗ-ਅਲੱਗ ਹੈਬਿਟੇਟ ਦੇ ਵਿੱਚ ਸਪੀਸੀਜ਼ ਦੀ ਕੰਪੋਜੀਸ਼ਨ ਦੇ ਵਿੱਚ ਕੰਪੇਅਰ ਕਰਨਾ ਸਟਾਰਟ ਕਰੋਗੇ, ਹੁਣ ਆਹ ਅਲੱਗ ਹੈਬਿਟੇਟ ਹੈ, ਉਹ ਅਲੱਗ ਹੈਬਿਟੇਟ ਹੈ, ਆਪਾਂ ਕਹਿੰਦੇ ਜੀ ਜਿਵੇਂ ਜਿਵੇਂ ਉੱਤੇ ਜਾਂਦੇ ਜਾਵਾਂਗੇ ਠੰਡ ਵੱਧਦੀ ਜਾਏਗੀ, ਤਾਂ ਇੱਥੇ ਅਲੱਗ ਹੈਬਿਟੇਟ ਹੋਏਗਾ, ਇੱਥੇ ਅਲੱਗ ਹੈਬਿਟੇਟ ਹੋਏਗਾ, ਦੋਨਾਂ ਦੀ ਸਪੀਸੀਜ਼ ਕੰਪੋਜੀਸ਼ਨ ਦੇ ਵਿੱਚ ਵੀ ਫਰਕ ਹੋਏਗਾ। ਜੇ ਤੁਸੀਂ ਰੇਗਿਸਤਾਨ ਚਲੇ ਜਾਓ, ਸਪੀਸੀਜ਼ ਕੰਪੋਜੀਸ਼ਨ ਦੇ ਵਿੱਚ ਫਰਕ ਦੇਖਣ ਨੂੰ ਮਿਲਦਾ ਹੈ। ਉੱਪਰ ਠੰਡੇ ਡੈਜ਼ਰਟ ਦੇ ਵਿੱਚ ਚਲੇ ਜਾਓ, ਇੱਥੇ ਵੀ ਹੈ ਨਾ ਸਪੀਸੀਜ਼ ਕੰਪੋਜੀਸ਼ਨ ਦੇ ਵਿੱਚ ਫਰਕ ਦੇਖਣ ਨੂੰ ਮਿਲੇਗਾ। ਠੀਕ ਹੈ, ਸੋ ਜਦੋਂ ਤੁਸੀਂ ਦੋ ਡਿਫਰੈਂਟ ਆਪਣੇ ਕੋਲ ਡਾਈਵਰਸਿਟੀਜ਼ ਨੂੰ ਕੰਪੇਅਰ ਕਰਦੇ ਹੋ ਡਿਫਰੈਂਟ ਹੈਬਿਟੇਟਸ ਦੇ ਅਕੋਰਡਿੰਗ, ਤਾਂ ਉਹ ਤੁਹਾਡੀ ਬੀਟਾ ਡਾਈਵਰਸਿਟੀ ਬਣ ਜਾਏਗੀ। ਬੋਲੋ ਵੀ ਗੱਲ ਕਲੀਅਰ ਹੈ ਇੱਥੇ ਤੱਕ? ਕੋਈ ਡਾਊਟ, ਕੋਈ ਦਿੱਕਤ, ਕੋਈ ਪਰੇਸ਼ਾਨੀ? ਕੱਲ ਵੀ ਇੱਕ ਐਗਜ਼ਾਮਪਲ ਪੜ੍ਹੀ ਸੀ, ਫਿਰ ਤੋਂ ਇੱਕ ਐਗਜ਼ਾਮਪਲ ਦੱਸ ਸਕਦੇ ਹੋ ਇਹਦੇ ਵਿੱਚ ਤੁਸੀਂ। ਵੈਸਟਰਨ ਘਾਟ ਦੀ ਐਗਜ਼ਾਮਪਲ ਲੈ ਸਕਦੇ ਹੋ। ਪੜਿਆ ਸੀ ਨਾ, ਵੈਸਟਰਨ ਘਾਟ ਦੇ ਵਿੱਚ ਆਪਣੇ ਕੋਲ ਸਪੀਸੀਜ਼ ਜ਼ਿਆਦਾ ਹੁੰਦੀਆਂ ਐਮਫੀਬੀਅਨਸ ਦੇ ਐਜ਼ ਕੰਪੇਅਰ ਟੂ ਈਸਟਰਨ ਘਾਟਸ। ਉੱਥੇ 250 ਪਲੱਸ, ਇੱਥੇ 23 ਤੋਂ 40, ਹੈ ਨਾ। ਜਿੰਨੀ ਜ਼ਿਆਦਾ ਆਪਣੇ ਕੋਲ ਵੇਰੀਏਸ਼ਨ ਦੇਖਣ ਨੂੰ ਮਿਲੇਗੀ, ਇਹਦਾ ਮਤਲਬ ਬੀਟਾ ਡਾਈਵਰਸਿਟੀ ਰਿਚ ਹੋਏਗੀ। ਠੀਕ ਹੈ, ਤਾਂ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਦੋ ਦੇ ਵਿੱਚ ਕੰਪੇਅਰ ਬੀਟਾ ਡਾਈਵਰਸਿਟੀ ਵਿਦ ਇਨ ਸੇਮ ਅਲਫਾ ਡਾਈਵਰਸਿਟੀ। ਠੀਕ ਹੋ ਗਿਆ।
चलिए भी चलो अगे आप गल करांगे गामा डाइवर्सिटी की। आप फिर तो गल करते हैं हिमालय रीजन की। लो एक चोटी बना ली हिमालय की, आह बिल्कुल ओदा बॉटम है। लो आप बॉटम ते ही ड्रॉ कर देने। दिस इज योर हिमालय, ठीक है। आह बेस है, आह मिडल रीजन है, आह अपने को टॉप है, ठीक है, शिखर की चोटी है। हुण जो स्पीशीज आपां नूं बेस दे विच देखण नूं मिलणगीਆਂ ਉਹ मिडल रीजन ਦੇ ਵਿੱਚ ਨਹੀਂ ਦੇਖਣ ਨੂੰ ਮਿਲਣਗੀਆਂ, जो मिडल रीजन ਦੇ ਵਿੱਚ स्पीशीज ਦੇਖਣ ਨੂੰ ਮਿਲਣਗੀਆਂ ਉਹ ਟੌਪ ਤੇ ਨਹੀਂ ਦੇਖਣ ਨੂੰ ਮਿਲਣਗੀਆਂ। ਤਾਂ ਇੱਥੇ ਆਪਣੇ ਕੋਲ ਕੀ ਹੈ, ਤਿੰਨ ਪਾਰਟਸ ਦੇ ਵਿੱਚ ਉਹਨੂੰ ਆਪਾਂ ਡਿਵਾਈਡ ਕੀਤਾ ਹੈ। ਪੂਰੇ ਦੇ ਪੂਰੇ ਹਿਮਾਲਿਆ ਦੀ ਚੋਟੀ ਨੂੰ बेस हो गया, मिडल रीजन हो गया, अपने को टॉप वाला रीजन हो गया, ठीक है। सो मैं कहा जिहड़ा बेस वाला रीजन है, बेस वाले रीजन दे विच आपां नूं की है जी, जिहड़ी स्पीशीज की कंपोजिशन है यानी स्पीशीज की डाइवर्सिटी वो ज्यादा देखने को मिलेगी एज कंपेयर टू मिडल एंड टॉप। तो बोलो की इन्नी गल क्लीयर होगी? तो हम देखो इत्थे स्पीशीज ने, इत्थे भी कुछ स्पीशीज ने, इत्थे भी कुछ स्पीशीज ने, इक्को ही चोटी नूं लैके आपां कंसीडर करांगे ये सारियां दी सारियां डिफरेंट रीजन ते की हो गईयां अल्फा डाइवर्सिटी, है ना। इत्थे भी स्पीशीज ने अल्फा डाइवर्सिटी, इत्थे भी ने अल्फा, इत्थे भी अल्फा, ठीक है। जिवें जिवें ऊपर जाते जाओगे तो अल्टीमेटली अपने कोल की है स्पीशीज दे विच फर्क आना स्टार्ट हो जाएगा, तो ज्यादा फर्क आना स्टार्ट हो जाएगा। सो इन्हां दोनों नूं कंपेयर करो तो अपने कोल की होएगा बीटा डाइवर्सिटी, इन्हां दोनों नूं कंपेयर करो अपने कोल की होएगा बीटा डाइवर्सिटी, इन्हां नूं कंपेयर कर लो फर्स्ट ते थर्ड नूं बीटा डाइवर्सिटी। अगर तुसीं पूरे दे पूरे होल हिमालयन चोटी नूं लैके चल रहे हो वो साडे कोल की होएगा गामा डाइवर्सिटी। तो आह है जी सिंपल जा तुहाडे कोल कंसैप्ट अल्फा बीटा ते गामा डाइवर्सिटी। ਇਹਨੂੰ ਸਿੰਪਲ ਤੁਸੀਂ ਘਰ ਦੀ ਐਗਜ਼ਾਮਪਲ ਨਾਲ ਕੰਸੀਡਰ ਕਰਕੇ ਚੱਲ ਸਕਦੇ ਹੋ। ਆਪਾਂ ਕਹਿੰਦੇ ਹਾਂ ਜੀ ਆਪਣਾ ਘਰ ਹੁੰਦਾ ਹੈ ਐਜ਼ ਅ ਹੋਲ, ਉਹਦੇ ਵਿੱਚ ਛੋਟੇ ਛੋਟੇ ਕਮਰੇ ਹੁੰਦੇ ਹੈ। ਚਲੋ ਆਹ ਪੂਰਾ ਇੱਕ ਐਜ਼ ਅ ਹੋਲ ਘਰ ਹੈ, ਆਹ ਇੱਕ ਰੂਮ ਹੈ, ਆਹ ਇੱਕ ਰੂਮ ਹੈ, ਆਹ ਇੱਕ ਰੂਮ ਹੈ ਨਾ। ਤੁਸੀਂ ਆਪਦੇ ਰੂਮ ਦੇ ਵਿੱਚ ਬੈਠੇ ਹੋ ਅਲਫਾ ਡਾਈਵਰਸਿਟੀ, ਤੁਹਾਡੇ ਬ੍ਰਦਰ ਸਿਸਟਰ ਇਸ ਰੂਮ ਦੇ ਵਿੱਚ ਬੈਠੇ ਹੈ ਆਪਦੇ ਰੂਮ ਦੇ ਵਿੱਚ, ਉਹਨਾਂ ਦਾ ਰੂਮ ਹੈ ਅਲਫਾ ਡਾਈਵਰਸਿਟੀ, ना। फादर मदर आपदे रूम दे विच बैठे है दैट इज अल्फा डाइवर्सिटी। जदों इत्थों एक दूजे नाल आपां मूवमेंट स्टार्ट करती है, इत्थे मैं गल करांगा मूवमेंट, है ना। कंपेयर तां की करना, सो इस करके मैं इत्थे मूवमेंट वर्ड यूज करांगा। सो इत्थे ते इत्थे अगर आपां कंपेयर कर रहे हैं तो आह फिर की हो जाएगा बीटा, है ना। आपां कंपेयर कर रहे हैं तुहाडे रूम नहीं तो तुहाडे फादर मदर दे रूम, दैट इज बीटा। तुहाडे फादर मदर ते तुहाडे ब्रदर या सिस्टर दे रूम नूं बीटा, है ना। ਜਦੋਂ ਤੁਸੀਂ ਪੂਰੇ ਦੇ ਪੂਰੇ ਹੋਮ ਦੀ ਗੱਲ ਕਰੋਗੇ ਤਾਂ ਉਹ ਕੀ ਹੋ ਜਾਏਗਾ ਫਿਰ ਤੁਹਾਡਾ ਗਾਮਾ ਡਾਈਵਰਸਿਟੀ। ਇਸ ਸੌਖੀ ਜਿਹੀ ਐਗਜ਼ਾਮਪਲ ਨਾਲ ਮੈਂ ਤਿੰਨੋਂ ਚੀਜ਼ਾਂ ਸਮ ਅਪ ਕਰਤੀਆਂ। ਕੋਈ ਦਿੱਕਤ ਹੈ ਇੱਥੇ ਤੱਕ ਤਾਂ ਪਹਿਲਾਂ ਪੁੱਛੋ, ਫਿਰ ਆਪਾਂ ਅੱਗੇ ਚੱਲਾਂਗੇ। बेस स्पीशीज ज्यादा होणगियां, ਟੈਂਪਰੇਚਰ ਵੇਰੀਏਸ਼ਨ ਕਰਕੇ ਇੱਥੇ ਘੱਟ ਹੋਣਗੀਆਂ, ਇੱਥੇ ਸਭ ਤੋਂ ਘੱਟ ਹੋਣਗੀਆਂ, ਹੈ ਨਾ। तो डिपेंड करता अपने को एरिया किहड़ा है, क्लाइमेटिक फैक्टर किहड़े ने जिन्हां करके स्पीशीज अपनी वधियां या घटदियां रहणगीਆਂ। ਇੱਥੇ ਤਾਂ ਟੋਟਲੀ ਚੇਂਜ ਹੋ ਜਾਣਗੀਆਂ, ਉਹ ਇਸ ਵਾਲੇ ਮਿਡਲ ਇੱਥੇ ਵੀ ਟੋਟਲੀ ਚੇਂਜ ਹੋ ਜਾਣਗੀਆਂ। ਸੋ ਸਪੀਸੀਜ਼ ਰਿਚਨੈਸ ਜਿਹੜੀ ਆਪਾਂ ਗੱਲ ਕਰੀਏ ਬੀਟਾ ਡਾਈਵਰਸਿਟੀ ਹਾਈ ਹੋਣੀ ਸਟਾਰਟ ਹੋ ਜਾਏਗੀ। ਚਲੋ ਬਸ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਆਪਾਂ ਨਹੀਂ ਜਾਣਾ, ਇੰਨਾ ਹੀ ਪੜਨਾ ਸੀ ਅਲਫਾ ਬੀਟਾ ਤੇ ਗਾਮਾ ਬਾਰੇ। ਹੁਣ ਪੜਦੇ ਹਾਂ ਆਪਾਂ ਆਪਣੀ ਪੀਡੀਐਫ ਦੇ ਵਿੱਚੋਂ। ठीक है, तो देखो डाइवर्सिटी इकोसिस्टम लैवल ते गल कीती हुई है। इंडिया दे विच लाइक डेजर्ट्स आ गए, रेन फॉरेस्ट, मैंग्रोव्स, कोरल रीफ्स, वेटलैंड्स, एस्चुरीज एंड अल्पाइन मीडोज ये हुंदे हैं जिहदे करके आपां नूं मच डाइवर्सिटी देखण नूं मिलदी है।
चलो हुण नंबर ऑफ स्पीशीज ऑन अर्थ किवें कैलकुलेट किया जाता है। ठीक है, तो अपनी एक संस्था है IUCN। लो जी, IUCN की फुल फॉर्म दस दो सब तो पहला की होंगी है। हुण इधर आप फोटो की एडजस्टमेंट कर लीए। करो भी अपनी जी IUCN है एक संस्था हैगी है, इंटरनेशनल संस्था है, यदी फुल फॉर्म की होंगी है। तो तुसी कहोगे यदी फुल फॉर्म होंगी है इंटरनेशनल यूनियन फॉर कंजर्वेशन ऑफ नेचर एंड नेचुरल रिसोर्सेस। ठीक है, सो IUCN के अकॉर्डिंग की है मोर देन 1.5 मिलियन स्पीशीज डिस्क्राइब्ड सो फार। तो 2004 ਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ ਕਿੰਨੀਆਂ ਟੋਟਲ ਲਿਵਿੰਗ ਆਰਗੇਨਿਜ਼ਮ ਦੀਆਂ ਸਪੀਸੀਜ਼ ਹੈ 1.5 ਮਿਲੀਅਨ। ਠੀਕ ਹੈ, ਕਈ ਤਾਂ ਇਹੋ ਜਿਹੇ ਹੈ ਜਿਨ੍ਹਾਂ ਨੂੰ ਹਲੇ ਤੱਕ ਆਪਾਂ ਪਛਾਣ ਨਹੀਂ ਪਾਏ ਤੇ ਉਹਨਾਂ ਦੀ ਤਾਦਾਦ ਵੀ ਆਪਣੇ ਕੋਲ ਮਿਲੀਅਨਸ ਦੇ ਵਿੱਚ ਹੈ। ਅਕੋਰਡਿੰਗ ਟੂ ਰੋਬਰਟ ਮੇਜ਼ ਗਲੋਬਲ ਐਸਟੀਮੇਟ, ਠੀਕ ਹੈ, about 7 million species would have on earth। ਉਹਨਾਂ ਨੇ ਇੱਕ ਐਸਟੀਮੇਟ ਦਿੱਤਾ ਸੀ ਗਲੋਬਲ ਐਸਟੀਮੇਟ ਵੀ ਲਗਭਗ ਆਪਣੇ ਕੋਲ ਕਿੰਨੀਆਂ ਸਪੀਸੀਜ਼ ਨੇ ਜੀ 7 ਮਿਲੀਅਨ ਸਪੀਸੀਜ਼ ਨੇ ਅਰਥ ਦੇ ਉੱਪਰ। He considered the species to be discovered in the tropic। तो ट्रॉपिक एरिया हुंदा अपने कोल। हुण दसो भी ट्रॉपिक की हुंदा है? इक्वेटर वाला एरिया, इक्वेटर के उपर वाला, इक्वेटर के हल्का जा थले वाला वो एरिया नु ट्रॉपिकल एरिया बोलते हैं, है ना। उस तो उपर सब ट्रॉपिकल। फिर देखते हैं जी अपने कोल एंटार्कटिका आ जाता है, इधरले पासे आर्कटिका आ जाता है ना। तो वह पूरा का पूरा अपने कोल गल की गई है ट्रॉपिक एरिया की। He considered the species to be discovered in the tropic that is only 25% of the total species have been recorded so far, है ना। जिन्नियां भी स्पीशीज है सिर्फ ते सिर्फ उन्हां दा 22% ही अपने कोल की है हाले तक रिकॉर्ड किया गया है, बाकी पता ही नहीं कौन है किथे है सारा कुछ। ठीक है, सो पढ़ने वाली गल्लां है, इहदे विच कोई ज्यादा एक्सप्लेन करने की लोड़ नहीं है। एनिमल्स मोर डाइवर्स ने 70% तो भी ज्यादा। देन प्लांट्स इंक्लूडिंग प्लांट एंड फंगस, एनिमल की संख्या ज्यादा है। हुण एनिमल्स की गल करिए, इंसैक्ट्स की ने सब तो ज्यादा आपां नूं देखण नूं मिलदे 70%, है ना। 70% का मतलब की है दैट इज आउट ऑफ एवरी 10 एनिमल 7 आर इंसैक्ट। अगर आपां सारे दे सारे एनिमल्स की गल करिए, एनिमल ज्यादा ने ना, अगर सारे एनिमल्स की गल करिए तो एनिमल्स दे विचों इंसैक्ट्स किन्ने है जी 70%। यानी कहने का सीधा सीधा मतलब की है 10 विचों 7, 10 एनिमल दे विचों 7 कौन ने अपने इंसैक्ट ने। आपको पता है इंसैक्ट की वैरायटी, आपको इंसैक्ट की जी संख्या है वो ज्यादा देखने को मिलती है। पूरे के पूरे एनिमल किंगडम की गल करिए आप। नंबर ऑफ फंजी स्पीशीज इज मोर देन द कंबाइंड टोटल ऑफ द स्पीशीज ऑफ फिशेस, एम्फीबियंस, रेप्टाइल्स एंड मैमल्स। आह इंपॉर्टेंट है। अगर आप फंगस की गल करांगे तो फंगस का नंबर ज्यादा है as compared to the total of the species of fishes, amphibian, reptiles and mammals। ਤੁਸੀਂ ਸਾਰਿਆਂ ਨੂੰ ਜੋੜ ਦੋ, ਜਿੰਨਾ ਜੋੜੋਗੇ ਉਸ ਤੋਂ ਵੀ ਵੱਧ ਆਪਣੇ ਕੋਲ ਕੀ ਆਏਗਾ, ਫੰਗਸ ਦੀਆਂ ਸਪੀਸੀਜ਼ ਆਣਗੀਆਂ। ਠੀਕ ਹੈ, ਡਾਟਾ ਹੈ, ਇਹਦੇ ਬਾਰੇ ਹੁਣ ਮੈਂ ਕੁਝ ਜ਼ਿਆਦਾ ਖਾਸ ਐਕਸਪਲੇਨ ਕਰਾਂਗਾ ਵੀ ਨਹੀਂ, ਯਾਦ ਰੱਖਣਾ ਹੈ। ਸੋ ਆ ਦੇਖੋ ਇਨਸੈਕਟ ਦਾ ਗਰੁੱਪ ਸਭ ਤੋਂ ਵੱਡਾ ਹੈ, ਮੋਲਸਕਾ ਦੇਖੋ ਉਸ ਤੋਂ ਬਾਅਦ ਮੋਲਸਕਾ ਦਾ ਨੰਬਰ ਆਏਗਾ। ਤੁਸੀਂ ਪੜ੍ਹਿਆ ਹੋਣਾ ਆਰਥਰੋਪੋਡਾ ਸਭ ਤੋਂ ਜ਼ਿਆਦਾ ਵੱਡਾ ਹੁੰਦਾ ਹੈ, जॉइंटेड अपेंडेजेस वाला, है ना। आर्थ्रोपोडा तो बाद नंबर आता है मोलस्का। लिखवा ही देना।
लार्जेस्ट फाइलम ऑफ एनिमल किंगडम। तो की आंसर आएगा, तुसी कहोगे जी आर्थ्रोपोडा। ठीक है, क्वेश्चन दूजा बनता है सेकंड लार्जेस्ट फाइलम। आंसर की आएगा मोलस्का। ठीक है, सो इन्हां चीज़ों को ध्यान दे विच रखना है, पढ़ांगे इन्हां बारे भी आपां जो एनिमल किंगडम पढ़ांगे। ठीक है, सो उस तो बाद आपां नूं क्रस्टेशियंस देखने को मिल रहे हैं, अदर एनिमल ग्रुप तो बहुत छोटा है। अदर एनिमल ग्रुप का सब तो वड्डी संख्या की है इनवर्टिब्रेट्स दे विच इंसैक्ट्स दी। वर्टिब्रेट्स ही आ जाओ, तो वर्टिब्रेट्स दे विच फिशिज की संख्या ज़्यादा है। उस तो बाद नंबर आता है बर्ड्स का, फिर रेप्टाइल्स का, है ना, फिर देखो एम्फीबियंस आ गए, फिर मैमल्स आ गए। आ देखो मॉसेस, फॉर्न्स, एलीज, ये लाइकन्स हो गए, है ना, छोटे जे, ये फिर एल्गी हो गया। एंजियोस्पर्म की संख्या ज़्यादा है। तो यह कुछ अपने को एक डाटा दिता होया है, वो अकॉर्डिंग आप इनू प्रोसैस कर सकते हैं। इंडिया की गल कर ली, इंडिया का डाटा दे रखा है। हुण इंडिया बारे की कहा गया है, इंडिया हैज ओनली 2.4% ऑफ द वर्ल्ड्स लैंड एरिया। 2.4%। अगर मान के चलो पूरी धरती का एरिया 100% है ना, वही चीज लिखी हुई है ना, देखो इंडिया हैज ओनली 2.4% ऑफ द वर्ल्ड्स लैंड एरिया बट 8.1% ऑफ द स्पीशीज डाइवर्सिटी। मतलब पूरे अगर आप दुनिया की गल करिए, जिन्ना भी लैंड एरिया प्रेजेंट है, दुनिया की गल हो रही है, धरती की भी गल कर सकते हैं आप, जो लैंड एरिया की गल हो रही है 100% दे विचों 2.4% किदा है जी, अपने को इंडिया का है। 100% दे विचों 2.4। आह किन्ना, इनू आप थोड़ा जिहा वड्डा ले लेना ताकि कैलकुलेशन आसान हो जाए। 1000 ले लिया, है ना, 1000% है। 1000 मीटर स्क्वायर एरिया ले लिया। ठीक है, एक सिंपल जी यूनिट लैके चलते हैं। ओदा 2.4%, 2.4%, 2% कितना होएगा जी, तुसी कहोगे 1000 का 10% हुंदा है 100 ते 1% हुंदा है 10। अगर 1% 10 है तो 2% कितना होएगा, नहीं याद रखना तुसी, सिंपल जी गल मैं समझाने की कैलकुलेशन समझाने की कोशिश कर रहे हैं, है ना। 20 उस तो बाद गल करिए 0.4 की, तो नाल आपां की लगा देंगे 0.4, इत्थे भी लग जाना सी वैसे, है ना। तो हुण देखो पूरे दे पूरे 1000 मीटर स्क्वायर दे विचों कितना एरिया है जी अपना, सिर्फ तो सिर्फ 20.4 मीटर स्क्वायर, क्योंकि आप 0.4 कैलकुलेट किया ना। 1% का मतलब कितना है जी अपने को 10, 2% का मतलब कितना होएगा 20, ठीक है, 3% का मतलब कितना होएगा 30, 4% का मतलब कितना होएगा 40, तो उवें ही 0.4% का मतलब कितना होएगा। ठीक है, तो तुसी कहोगे सर क्यों कैलकुलेशन करवाते हो, तो तुसी कोई कैलकुलेशन नहीं करनी, जस्ट तुहानू आप अप्रोक्सीमेट लैके चलते हैं। अप्रोक्सीमेट 25 मीटर स्क्वायर लै लो, ठीक है, तुहाडे लिए आसान हो जाएगा इस फिगर नू याद करना। अगर पूरी दुनिया का एरिया अपने को लैंड एरिया कितना है 1000 मीटर स्क्वायर है, तो उहदे विचों इंडिया सिर्फ किन्ने पार्टिसिपेट कर रहे हैं, किन्ने परसेंट, सिर्फ 25 मीटर स्क्वायर। लेकिन इस 25 मीटर स्क्वायर दे विच पूरी दी पूरी दुनिया की जिहड़ी डाइवर्सिटी है वो कितनी है 8.1%। तो आप कह सकते हैं इंडिया टोटल जिहड़ियां 12 मैगा डाइवर्सिटी ने उन्हां दे विचों एक है, मतलब बहुत ज्यादा स्पीशीज डाइवर्सिटी इंडिया दे विच देखने को मिलती है। 45,000 स्पीशीज की गल करिए प्लांट्स की, तो ट्वाइस एज मैनी एज ऑफ एनिमल्स, है ना। 90,000 यानी आप कहता एनिमल्स की स्पीशीज है, तो 45,000 प्लांट्स की है। मेज ग्लोबल एस्टिमेट लगा दो, इंडिया वुड हैव मोर देन 1 लाख प्लांट स्पीशीज एंड 3 लाख एनिमल स्पीशीज। ठीक है जी।
and biologists are not sure about total number of prokaryotic species. क्यों? Conventional taxonomic methods are not suitable for identifying microbial species and in laboratory many species cannot be cultured. ਤਾਂ ਆਪਾਂ ਨੂੰ ਕੋਈ ਐਗਜ਼ੈਕਟਲੀ ਨਹੀਂ ਪਤਾ ਵੀ ਪ੍ਰੋਕੈਰੀਓਟਿਕ ਕਿੰਨੀਆਂ ਸਪੀਸੀਜ਼ ਨੇ, ਕਿਉਂਕਿ ਲੈਬ ਦੇ ਵਿੱਚ ਕਈਆਂ ਨੂੰ ਕਲਚਰ ਵੀ ਨਹੀਂ ਕਰ ਸਕਦੇ, ਤੇ ਦੂਜੀ ਕਹਾਣੀ ਕੀ ਆਪਣੇ ਕੋਲ ਕਨਵੈਨਸ਼ਨਲ ਟੈਕਸੋਨੋਮਿਕ ਮੈਥਡਸ ਹੈਗੇ ਸੀ ਜਿਹੜੇ ਉਹ ਆਪਣੇ ਮਾਈਕਰੋਬੀਅਲ ਸਪੀਸੀਜ਼ ਨੂੰ ਆਇਡੈਂਟੀਫਾਈ ਕਰਨ ਵਾਸਤੇ ਐਪਲੀਕੇਬਲ ਨਹੀਂ ਨੇ। ठीक है, ओके चलो हुण इत्थे तक दसो कहानियां खत्म होईयां। हुण आपां पढ़ांगे पैटर्न्स ऑफ डाइवर्सिटी भी आपां नूं कित्थे डाइवर्सिटी ज्यादा देखण नूं मिलदी है क्यों, कित्थे घट देखण नूं मिलदी है क्यों। करो भी फटाफट मेंशन इत्थे तक हर एक चीज क्लियर है या नहीं। बोलो भी कहानी इत्थे तक क्लियर है। चलो भी चलिए फिर आगे। सो हुण अपना टॉपिक है जी पैटर्न्स ऑफ बायोडाइवर्सिटी। बायोडाइवर्सिटी दे पैटर्न की है, तो सब तो पहला अपने कोल तुहानू ना दो चीज़ां पता होनियां चाहिदियां इहदे वास्ते। एक हुंदा अपने कोल लैटीट्यूड, एक हुंदा जी अपने कोल लॉन्जिट्यूड। लैटीट्यूड ते लॉन्जिट्यूड बारे पता होना चाहिदा है तुहानू। आह अपनी अर्थ है, ठीक है जी। इस अर्थ ते जो आपां इमेजिनरी लेटियां हुई लाइनां दिखाने हैं, लेटियां हुई लाइनां ना, आह लेटियां हुई लाइनां की कहलांदियां है अपने कोल लैटीट्यूड, ठीक है। ते जिहड़ियां अपनियां वर्टिकल लाइन्स हुंदियां है ऐदां दियां, इन्हां नूं आपां की बोलना शुरू कर दिंदे हां, तुसीं कहोगे जी लॉन्जिट्यूड, ठीक है। तो आह की ने अपने कोल लॉन्जिट्यूड्स ने जिहड़े आपां रेड दे विच ड्रॉ कीते हैं। सो आह की ने जी लॉन्जिट्यूड।
ਜਿਹੜੀਆਂ ਹੌਰੀਜ਼ੌਂਟਲ ਲਾਈਨਸ ਹੁੰਦੀਆਂ ਹੈ, ਲੇਟੀਆਂ ਹੋਈਆਂ ਲਾਈਨਸ ਹੁੰਦੀਆਂ ਹੈ, ਉਹਨਾਂ ਨੂੰ ਲੈਟੀਟਿਊਡ ਬੋਲਦੇ ਹਾਂ, ਤੇ ਜਿਹੜੀਆਂ ਆਪਣੇ ਕੋਲ ਤਿਰਛੀਆਂ ਸਿੱਧੀਆਂ ਲਾਈਨਸ ਹੁੰਦੀਆਂ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ, ਦੈਟ ਇਜ਼ ਨੋਨ ਐਸ ਲੌਂਜੀਟਿਊਡ। ਗੱਲ ਕੀਤੀ ਇੱਥੇ ਪੈਟਰਨਸ ਦੇ ਵਿੱਚ ਸ਼ੁਰੂ ਕਰਾਂਗੇ ਆਪਾਂ ਲੈਟੀਟਿਊਡ ਬਾਰੇ, ਹਨਾ। ਤਾਂ ਫਿਰ ਤੋਂ ਆਪਾਂ ਆਪਣੀ ਜਿਹੜੀ ਅਰਥ ਹੈ ਉਹਨੂੰ ਡਰਾ ਕਰਾਂਗੇ। ਲਓ, ਠੀਕ ਹੈ। ਇੱਕ ਇਹੋ ਜੀ ਇਮੇਜਿਨਰੀ ਲਾਈਨ ਜੋ ਪੂਰੀ ਦੀ ਪੂਰੀ ਆਪਣੇ ਕੋਲ ਆਪਣੀ ਅਰਥ ਨੂੰ ਦੋ ਇਕੁਅਲ ਹਾਫਸ ਦੇ ਵਿੱਚ ਡਿਵਾਈਡ ਕਰਦੀ ਹੈ। ਨਾ ਆਹ ਇਮੇਜਿਨਰੀ ਲਾਈਨ ਹੈ ਜੋ ਆਪਣੀ ਅਰਥ ਨੂੰ ਦੋ ਇਕੁਅਲ ਹਾਫ ਦੇ ਵਿੱਚ ਡਿਵਾਈਡ ਕਰਦੀ ਹੈ, ਹਨਾ, ਦੋ ਹੈਮੀਸਫੇਅਰ ਦੇ ਵਿੱਚ ਡਿਵਾਈਡ ਕਰਦੀ ਹੈ, ਤਾਂ ਉਹਨੂੰ ਆਪਾਂ ਕੀ ਨਾਮ ਦਿੰਨੇ ਹੁੰਨੇ ਹਾਂ, ਇਸ ਲਾਈਨ ਨੂੰ ਇਕੁਏਟਰ। ਇਹ ਸ਼ਾਇਦ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਹੋਇਆ ਹੈ, ਹਨਾ, ਬਸ ਉਹਦੇ ਅਕੋਰਡਿੰਗ ਹੀ ਗੱਲ ਕਰਨੀ ਹੈ ਆਪਾਂ। ਹੁਣ ਭਾਵੇਂ ਇਕੁਏਟਰ ਦੀ ਗੱਲ ਕਰੀਏ ਆਪਾਂ, ਹਨਾ, ਇਕੁਏਟਰ ਤੋਂ ਦੂਰ ਦੀ, ਇਕੁਏਟਰ ਤੋਂ ਨੇੜੇ ਦੀ, ਤਾਂ ਇੱਧਰ ਦੇਖੋ, ਇਹਨੂੰ ਮੈਂ ਕਹਿ ਦਾਂਗਾ ਮੇਰੇ ਕੋਲ ਆਹ ਕਿਹੜਾ ਹੈਮੀਸਫੇਅਰ ਬਣ ਗਿਆ, ਨਾਰਦਰਨ ਹੈਮੀਸਫੇਅਰ। ਠੀਕ ਹੈ, ਇਹਨੂੰ ਮਿਟੇਵਾਂਗਾ ਹੁਣੇ, ਤੇ ਆਹ ਆਪਣੇ ਕੋਲ ਜਿਹੜਾ ਬਣ ਗਿਆ ਕੀ ਹੈ, ਸਦਰਨ ਹੈਮੀਸਫੇਅਰ। ਨਦਰਨ ਹੈਮੀਸਫੇਅਰ ਐਂਡ ਸਦਰਨ ਹੈਮੀਸਫੇਅਰ, ਇਹਦਾ ਮਤਲਬ ਇੱਕ ਇਮੇਜਿਨਰੀ ਲਾਈਨ ਹੈ ਜੋ ਆਪਣੀ ਅਰਥ ਨੂੰ ਦੋ ਇਕੁਅਲ ਹਾਫਸ ਦੇ ਵਿੱਚ ਡਿਵਾਈਡ ਕਰ ਰਹੀ ਹੈ। ਤੁਸੀਂ ਕਹੋਗੇ ਜੀ ਬਿਲਕੁਲ ਠੀਕ ਹੈ। ਸੋ ਦੇਖੋ, ਉਧਰ ਵਾਲੀ ਪੋਲ ਹੋਗੀ ਨਾਰਥ ਪੋਲ ਤੇ ਥੱਲੇ ਵਾਲੀ ਪੋਲ ਹੋਗੀ ਸਾਊਥ ਪੋਲ। ਹਲੋ, ਸੋ ਦਿਸ ਇਜ਼ योर नॉर्थ पोल, दिस इज योर साउथ पोल। क्लियर है, कोई डाउट नहीं है, बिल्कुल नहीं है। ਹੁਣ ਦੇਖੋ ਆਹ ਜਿਹੜੀ ਇਮੇਜਿਨਰੀ ਲਾਈਨ ਹੈ ਇਹਦੇ ਉੱਪਰ ਵਾਲੇ ਪਾਸੇ ਚਲਿए, ਨਾਰਥ ਵਾਲੇ ਪਾਸੇ। ਹਲੋ, ਆਹ ਮੈਂ कहता जी आह मेरी है 23 डिग्री 23.5 डिग्री नॉर्थ। ऊपर वाली ले लो 66 हाफ डिग्री नॉर्थ। ਉਵੇਂ ਹੀ ਥੱਲੇ ਸਾਊਥ ਵਾਲੇ ਪਾਸੇ ਆ ਜਾਓ, ਇਹਨੂੰ ਆਪਾਂ ਦਿਖਾ ਦਿੰਨੇ ਹਾਂ ਪਿੰਕ ਕਲਰ ਦੇ ਨਾਲ, 23.5 डिग्री ਸਾਊਥ, ਤੇ ਥੱਲੇ ਵਾਲੀ ਕੀ ਹੈ 68.5 डिग्री ਸਾਊਥ, ਨਾ, ਕਿਉਂਕਿ ਇਹ ਆਪਣੇ ਕੋਲ ਨਾਮ ਹੁੰਦੇ ਇਹਨਾਂ ਦੇ, ਤਾਂ ਕਰਕੇ ਆਪਾਂ ਇਹਨਾਂ ਲਾਈਨਸ ਨੂੰ ਕੰਸੀਡਰ ਕਰਕੇ ਚੱਲ ਰਹੇ ਹਾਂ। ਆਹ ਜਿਹੜੀ ਹੈ ਆਪਣੇ ਕੋਲ ਲਾਈਨ ਹੈ, ਇਹਨੂੰ ਆਪਾਂ ਨਾਮ ਦੇਵਾਂਗੇ 23.5 डिग्री नॉर्थ, दैट इज ट्रॉपिक ऑफ कैंसर, कर्क रेखा, है ना। ਤੇ ਜਿਹੜੀ 23.5 डिग्री ਸਾਊਥ ਹੈ ਇਹਨੂੰ ਆਪਾਂ ਕੀ ਨਾਮ ਦੇਵਾਂਗੇ, ਤੁਸੀਂ ਕਹੋਗੇ ਜੀ ਟ੍ਰੋਪਿਕ ਆਫ ਕੈਪਰੀਕॉर्न, ਮਕਰ ਰੇਖਾ। ਆਹ ਨੇ ਲੈਟੀਟਿਊਡ, ਆਪਾਂ ਲੈਟੀਟਿਊਡਨਲ ਗ੍ਰੇਡੀਐਂਟ ਦੀ ਗੱਲ ਕੀਤੀ ਹੈ। ਇੱਕ ਨਾ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ, ਪਿਛਲੇ ਚੈਪਟਰ ਦੇ ਵਿੱਚ ਨਾ ਆਪਣੇ ਕੋਲ ਇੱਕ ਕਨਸੈਪਟ ਆਉਂਦਾ ਹੈ ਨਿਊਡੇਸ਼ਨ ਵਗੈਰਾ ਦਾ, ਇਨਵੇਜਨ ਵਗੈਰਾ ਦਾ, ਹਨਾ, ਉਹ ਮੈਂ ਇਹਦੇ ਨਾਲ ਰਿਲੇਟ ਕਰਾਂਗਾ ਤੁਹਾਨੂੰ। ਸੋ ਆਰਕਟਿਕ ਸਰਕਲ ਤੇ ਐਂਟਾਰਕਟਿਕ ਸਰਕਲ। ਸੋ ਆਹ ਤੁਹਾਡੇ ਲੈਟੀਟਿਊਡਸ ਨੇ, ਇਹਨਾਂ ਦੇ ਅਕੋਰਡਿੰਗ ਗੱਲ ਕੀਤੀ ਹੋਈ ਹੈ। ਆਪਣੇ ਕੋਲ ਟ੍ਰੋਪੀਕਲ ਕੰਡੀਸ਼ਨਸ ਬਣਦੀਆਂ ਹੈ, ਸਬ ਟ੍ਰੋਪੀਕਲ ਕਲਾਈਮੇਟ ਬਣਦੀ ਹੈ, ਟੁੰਡਰਾ ਕਲਾਈਮੇਟ ਬਣਦਾ ਹੈ। ਟੁੰਡਰਾ ਜਿਹੜਾ ਆਪਣੇ ਕੋਲ ਬਾਇਓਮ ਹੁੰਦਾ ਹੈ, ਓਪਨ ਮੈਦਾਨੀ ਇਲਾਕੇ, ਠੰਡੇ ਇਲਾਕੇ ਹੁੰਦੇ ਹੈ, ਹਨਾ। ਤਾਂ ਆਰਕਟਿਕ ਸਰਕਲ ਤੇ ਐਂਟਾਰਕਟਿਕ ਸਰਕਲ, ਤਾਂ ਆਹ ਤੁਹਾਡੇ ਲੈਟੀਟਿਊਡ ਹੈ। ਸੋ ਇਹਨਾਂ ਦੇ ਵਿੱਚ ਆਪਾਂ ਨੂੰ ਸਪੀਸੀਜ਼ ਦੇ ਵਿੱਚ ਵੇਰੀਏਸ਼ਨ ਦੇਖਣ ਨੂੰ ਮਿਲਦੀਆਂ ਹੈ, ਉਹੀ ਆਪਾਂ ਪੜ੍ਹਨਾ ਹੈ। ਦੈਟ ਇਜ਼, ਇੱਕ ਮਿੰਟ वेट अ मिनट, सही है, लगा मैं उल्टा लिखता हूं। चलो, सो ट्रॉपिक्स दैट इज लैटिट्यूडिनल रेंज of 23.5 डिग्री नॉर्थ टू 23.5 डिग्री साउथ have more species than temperate or polar areas। ਆਪਾਂ ਨੂੰ ਪਤਾ ਹੈ ਜੀ, ਜਿੱਥੇ ਆਪਣੇ ਕੋਲ ਸੂਰਜ ਦੀਆਂ ਰੋਸ਼ਨੀਆਂ ਪੈਣਗੀਆਂ, ਹਨਾ, 23.5 डिग्री नॉर्थ ਤੋਂ 23.5 डिग्री साउथ ट्रॉपिकल एरिया की गल की हुई है। आ देखो थोड़े सामने आ रहा, मैनू पूरा का पूरा शेड कर देना। दिस वन, आ पूरा का पूरा एरिया 23.5 डिग्री नॉर्थ तो 23.5 डिग्री साउथ इत्थे तक आ एरिया, सने इक्वेटर वाला एरिया।
ਇੱਥੇ ਆਪਾਂ ਨੂੰ ਕੀ ਹੈ, ਕਿਉਂਕਿ ਇੱਥੇ ਕਲਾਈਮੇਟ ਅੱਛੀ ਹੈ, ਸਪੀਸੀਜ਼ ਡਾਇਵਰਸਿਟੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਠੀਕ ਹੈ ਜੀ, ਸੋ ਇੱਥੇ ਸਪੀਸੀਜ਼ ਡਾਇਵਰਸਿਟੀ ਕੀ ਹੈ ਜੀ, ਜ਼ਿਆਦਾ ਹੈ। ਇੱਥੇ ਆਪਾਂ ਨੂੰ ਡਾਇਵਰਸਿਟੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਫਿਰ ਉੱਪਰ ਜਾਂਦੇ ਜਾਵਾਂਗੇ, ਠੰਡ ਹੁੰਦੀ ਜਾਏਗੀ, ਸਪੀਸੀਜ਼ ਡਾਇਵਰਸਿਟੀ ਆਪਾਂ ਨੂੰ ਕੀ ਹੈ, ਘਟਦੀ ਹੋਈ ਨਜ਼ਰ ਆਉਂਦੀ ਹੈ। ਬਸ ਆਹੀ ਗੱਲਾਂ ਕੀਤੀਆਂ ਹੋਈਆਂ ਇਹਨਾਂ ਨੇ, ਐਗਜ਼ਾਮਪਲ ਦਿੱਤੀਆਂ ਹੋਈਆਂ। ਹੁਣ ਐਗਜ਼ਾਮਪਲ ਪੜ੍ਹ ਲੈਂਦੇ ਆ, ਫਿਰ ਆਪਣੀ ਕਹਾਣੀ ਇੱਥੇ ਲੈਟੀਟਿਊਡਨਲ ਗ੍ਰੇਡੀਐਂਟ ਬਾਰੇ ਖਤਮ ਹੋ ਜਾਏਗੀ। ਨੰਬਰ ਆਫ ਬਰਡ ਸਪੀਸੀਜ਼ ਦੀ ਗੱਲ ਕੀਤੀ ਹੋਈ ਹੈ। ਕੋਲੰਬੀਆ ਬਿਲਕੁਲ ਇਕੁਏਟਰ ਦੇ ਨੇੜੇ ਹੈ, 1400 ਸਪੀਸੀਜ਼ ਨੇ ਆਪਣੇ ਕੋਲ ਬਰਡ ਦੀਆਂ। ਇੰਡੀਆ ਦੇ ਵਿੱਚ ਟ੍ਰੋਪੀਕਲ ਏਰੀਆ 1200 ਸਪੀਸੀਜ਼ ਹੈ, ਗ੍ਰੇਟਰ ਦੈਨ 1200। ਨਿਊਯਾਰਕ ਦੀ ਗੱਲ ਕਰੀਏ 105 ਸਪੀਸੀਜ਼ ਹੈ, ਦੇਖੋ ਠੰਡਾ ਇਲਾਕਾ ਹੈ, 41 ਡਿਗਰੀ ਨਾਰਥ। ਗ੍ਰੀਨਲੈਂਡ 71 ਡਿਗਰੀ ਦੀ ਗੱਲ ਕਰੀਏ 50 ਸਪੀਸੀਜ਼ ਹੈ ਸਿਰਫ ਬਰਡਸ ਦੀਆਂ। ਤਾਂ ਜਿਵੇਂ ਜਿਵੇਂ ਆਪਣੇ ਕੋਲ ਟ੍ਰੋਪੀਕਲ ਕਲਾਈਮੇਟ ਵਾਲਾ ਏਰੀਆ ਆਂਦਾ ਜਾਏਗਾ, ਭਾਵੇਂ ਪਲਾਂਟਸ ਨੇ ਭਾਵੇਂ ਐਨੀਮਲਸ ਨੇ, ਉੱਥੇ ਆਪਾਂ ਨੂੰ ਸਪੀਸੀਜ਼ ਜ਼ਿਆਦਾ ਦੇਖਣ ਨੂੰ ਮਿਲਣਗੀਆਂ, ਡਾਇਵਰਸਿਟੀ ਰਿਚ ਦੇਖਣ ਨੂੰ ਮਿਲੇਗੀ। ਟ੍ਰੋਪੀਕਲ ਫੋਰੈਸਟ ਰੀਜਨ ਦੀ ਗੱਲ ਕਰੀਏ, ਆਪਣੇ ਕੋਲ ਇਕਵਾਡੋਰ has up to 10 times of vascular plant species as compared to a temperate forest region like Midwest of USA। ਠੀਕ ਹੈ, ਤਾਂ ਪਲਾਂਟਸ ਬਾਰੇ ਦੱਸਿਆ ਗਿਆ ਹੈ ਵੀ ਆਪਣੇ ਕੋਲ ਜਿਹੜੀ ਟੈਂਪਰੇਟ ਕੰਟਰੀਜ਼ ਹੁੰਦੀਆਂ ਹੈ, ਉਹਨਾਂ ਦੇ ਵਿੱਚ ਜਿਹੜੇ ਫੋਰੈਸਟ ਦੇ ਵਿੱਚ ਟਰੀਜ਼ ਹੁੰਦੇ ਹੈ, ਉਹ ਜ਼ਿਆਦਾ ਹੁੰਦੇ ਹੈ ਐਸ ਕੰਪੇਅਰ ਟੂ ਦਾ ਜੋ ਆਪਣੇ ਟੈਂਪਰੇਟ ਫੋਰੈਸਟ ਰੀਜਨ ਦੇ ਵਿੱਚ ਦੇਖਣ ਨੂੰ ਮਿਲਦੇ। ਟ੍ਰੋਪੀਕਲ ਦੇ ਵਿੱਚ ਜ਼ਿਆਦਾ, ਟੈਂਪਰੇਟ ਦੇ ਵਿੱਚ ਘੱਟ। ਕਹਾਣੀ ਕਾਹਦੀ ਹੈ ਸਾਰੀ, এনवायरमेंट ਦੀ। ਉਸ ਤੋਂ ਬਾਅਦ ਟ੍ਰੋਪੀਕਲ ਫੋਰੈਸਟ ਰੀਜਨ ਲਾਈਕ ਇਕਵਾਡੋਰ ਹੈਜ਼ ਅਪ ਟੂ 10 ਟਾਈਮਸ ਆਫ ਵਾਸਕੂਲਰ ਪਲਾਂਟ ਸਪੀਸੀਜ਼ ਕੰਪੇਅਰਡ ਟੂ ਟੈਂਪਰੇਟ। ਬਸ ਉਹੀ ਲਿਖਿਆ ਹੋਇਆ ਹੈ ਜੋ ਆਪਾਂ ਪਿੱਛੇ ਪੜ੍ਹਨਾ। ਹੁਣ ਆ ਜਾਓ ਵੀ ਇਹਦੇ ਤੇ, ਨੰਬਰ ਆਫ ਸਪੀਸੀਜ਼ ਇਨ ਐਮਾਜ਼ਨ ਰੇਨ ਫੋਰੈਸਟ, ਉਹਦੀ ਗੱਲ ਕੀਤੀ ਗਈ ਹੈ। Tropical Amazonian rainforest that is South America is the greatest biodiversity on earth। Amazon rainforest है ना, lungs ने अपने अर्थ दे, greater than 40,000 plant दी species, 3000 fishes दी species, 1300 bird दी species, 427 mammals दी species, 427 ही amphibians दी species, 378 reptile दी species, ਤੇ more than 1,25,000 invertebrates दी species। है ना कहानी रोचक। सो ट्रॉपिकल वर्ड आ गया तो मतलब अपनी किदे विच एग्जिस्ट करेगा, वो अपनी जो एक वेल मेंटेन्ड एनवायरमेंट वाली रेंज होती है। रीजन की ने हाई डाइवर्सिटी दे, ਆਪਾਂ ਕਹੀਏ ਵੀ ਸਾਨੂੰ ਕਿਸੇ ਏਰੀਆ ਦੇ ਵਿੱਚ ਜ਼ਿਆਦਾ ਡਾਈਵਰਸਿਟੀ ਦੇਖਣ ਨੂੰ ਮਿਲਦੀ ਹੈ। ਕਿਉਂ ਦੇਖਣ ਨੂੰ ਮਿਲਦੀ ਹੈ? ਤੁਸੀਂ ਕਹੋਗੇ ਸਰ ਸਨਲਾਈਟ ਪ੍ਰੋਪਰ ਹੋਣੀ, ਰੇਨ ਪ੍ਰੋਪਰ ਹੁੰਦੀ ਹੈ ਉੱਥੇ, ਹੈਨਾ। ਕੋਈ ਜ਼ਿਆਦਾ ਆਪਾਂ ਕਹੀਏ ਵੀ ਆਪਣੇ ਕੋਲ ਸੀਜ਼ਨਲ ਡਿਸਟਰਬੈਂਸਿਸ ਨਹੀਂ ਹੁੰਦੀਆਂ, ਜਿਹਦੇ ਕਰਕੇ ਆਪਣੀ ਜਿਹੜੀ ਵੈਰਾਈਟੀ ਹੈ, ਜਿਹੜੀ ਸਪੀਸੀਜ਼ ਉਹ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ। ਸੋ ਰੀਜ਼ਨ ਫॉर ਹਾਈਐਸਟ ਡਾਈਵਰਸਿਟੀ, ਸਪੀਸੀਜ਼ ਰਿਚਨੈਸ ਕਿਉਂ ਹੈ ਟ੍ਰੋਪਿਕ ਦੇ ਵਿੱਚ ਜ਼ਿਆਦਾ? ਤੁਸੀਂ ਕਹੋਗੇ had more evolutionary time, ਬਹੁਤ ਟਾਈਮ ਲਾਇਆ ਵੀ ਭਾਈ ਉਹਨੇ ਬਣਨ ਵਾਸਤੇ। ਤੇ ਆਪਾਂ ਕਹਿੰਦੇ ਨਾ ਜੋ ਬਹੁਤ ਟਾਈਮ ਲਾਂਦਾ ਹੈ, ਕੁਝ ਵੀ ਆਪਾਂ ਖੁਦ ਦੀ ਗੱਲ ਕਰੀਏ, ਅਗਰ ਅਸੀਂ ਕਿਸੇ ਚੀਜ਼ ਨੂੰ ਕਰਨ ਵਾਸਤੇ ਬਹੁਤ ਟਾਈਮ ਲਗਾ ਰਹੇ ਹਾਂ ਨਾ, ਤਾਂ ਉਹਦੀ ਕਦਰ ਸਾਨੂੰ ਪਤਾ ਹੋਏਗੀ, ਹੈ ਨਾ। ਜਿਵੇਂ ਆਪਾਂ ਖੁਦ ਦੀ ਐਗਜ਼ਾਮਪਲ ਦੇ ਤੌਰ ਤੇ ਗੱਲ ਕਰੀਏ, ਮੰਨ ਕੇ ਚੱਲੋ ਵੀ ਆਪਾਂ ਕੋਈ ਜੌਬ ਕਰਨੀ ਹੈ, ਸਰਕਾਰੀ ਪ੍ਰਾਈਵੇਟ ਨੋ ਮੈਟਰ, ਤੁਸੀਂ ਜੌਬ ਕਰ ਰਹੇ ਹੋ, ਤੁਸੀਂ ਕਮਾ ਰਹੇ ਹੋ, ਹੈ ਨਾ। ਤਾਂ ਤੁਹਾਨੂੰ ਪਤਾ ਹੈ ਤੁਸੀਂ ਉਸ ਆਪਦੇ ਲਕਸ਼ ਨੂੰ ਅਚੀਵ ਕਰਨ ਵਾਸਤੇ ਤੁਸੀਂ ਕੀ ਕੀ ਚੀਜ਼ਾਂ ਨੂੰ ਸੈਕਰੀਫਾਈਸ ਕੀਤਾ ਸੀਗਾ, ਤਾਂ ਹੀ ਜਾ ਕੇ ਉਹ ਚੀਜ਼ ਬਣੀ ਹੈ, ਆਪਾਂ ਨੂੰ ਉਸ ਚੀਜ਼ ਦੀ ਕਦਰ ਹੁੰਦੀ ਹੈ। ਤਾਂ ਉਵੇਂ ਹੀ ਹੈ, ਇਸ ਟ੍ਰੋਪੀਕਲ ਕਲਾਈਮੇਟ ਨੂੰ ਬਣਨ ਵਾਸਤੇ ਬਹੁਤ ਜ਼ਿਆਦਾ ਟਾਈਮ ਲੱਗਿਆ ਹੈ। ਸੋ ਟ੍ਰੋਪਿਕਸ ਹੈਵ ਮੋਰ ਇਵੋਲੂਸ਼ਨਰੀ ਟਾਈਮ, ਜਲਦੀ ਕਿਤੇ ਨਹੀਂ ਹਿਲਦਾ ਉਹ। ਰਿਲੇਟਿਵਲੀ ਕਾਂਸਟੈਂਟ এনवायरमेंट, ਸੀਜ਼ਨਲ ਵੇਰੀਏਸ਼ਨ ਘੱਟ ਹੈ ਆਪਣੀਆਂ, ਕਾਂਸਟੈਂਟ ਚੱਲਦਾ ਹੈ, ਨਾ ਗਰਮੀ ਨਾ ਸਰਦੀ ਜ਼ਿਆਦਾ। they receive more solar energy which contribute to greater productivity। obvious ਹੀ ਗੱਲ ਹੈ, ਅਗਰ solar energy ਜ਼ਿਆਦਾ ਹੈਗੀ, ਪ੍ਰੋਡਕਟਿਵਿਟੀ ਜ਼ਿਆਦਾ, ਕਨਸੈਪਟ ਰਿਲੇਟ ਕਰਤਾ, ਪ੍ਰੋਡਕਟਿਵਿਟੀ ਜ਼ਿਆਦਾ, ਇਹਦਾ ਮਤਲਬ ਐਨੀਮਲਸ ਦੀ ਜਿਹੜੀ ਆਪਣੇ ਕੋਲ ਸਪੀਸੀਜ਼ ਆ ਉਹ ਜ਼ਿਆਦਾ ਹੋਣਗੀਆਂ। ਠੀਕ ਹੈ ਜੀ। ਤਾਂ ਆਹ ਸੂਰਜ ਦੇਵਤਾ ਉਹਦਾ ਪ੍ਰਕਾਸ਼ ਫੈਲਾ ਰਹੇ ਨੇ, ਆਹ 23.5 ਡਿਗਰੀ ਨਾਰਥ ਤੋਂ ਲੈ ਕੇ 23.5 ਡਿਗਰੀ ਸਾਊਥ ਰੀਜਨ ਹੈ। ਬੋਲੋ ਵੀ ਇੱਥੇ ਤੱਕ ਕਹਾਣੀ ਕਲੀਅਰ ਹੈ। ਫਿਰ ਪੜਾਂਗੇ ਆਪਾਂ ਸਪੀਸੀਜ਼ ਏਰੀਆ ਰਿਲੇਸ਼ਨਸ਼ਿਪ। ਪਹਿਲਾ ਸੀਗਾ ਲੈਟੀਟਿਊਡਨਲ ਗ੍ਰੇਡੀਐਂਟ, ਦੂਸਰਾ ਪੜਾਂਗੇ ਸਪੀਸੀਜ਼ ਏਰੀਆ ਰਿਲੇਸ਼ਨਸ਼ਿਪ।
कोई डाउट है तो पहला पूछो भाई। हेलो पढ़ लो भी की लिखा है उन्होंने, कोई डाउट है तो पूछो फिर आप आगे चलते हैं। चलो भाई अगला है जी अपने को स्पीशीज एरिया रिलेशनशिप। और तुम कहोगे सर एदा की मतलब है स्पीशीज एरिया रिलेशनशिप का। इन्हों भी आप एक सिंपल एग्जांपल नाल समझते हैं है ना। इन्होंने ਆਪਾਂ ਨੂੰ एक रिलेशन दिता सीगा स्पीशीज ते एरिया दे विच। की मतलब है उस चीज का? है ना किदे किदे विच रिलेशन है स्पीशीज दे विच ते एरिया दे विच। इन्हां ने सीधे सीधे साफ साफ लफ्जां दे विच एक गल बयान कीती सी। ਉਹ ਗੱਲ ਕੀ ਸੀਗੀ जिवें जिवें तुसी आपदा एरिया जिहड़ा हैगा है ਉਹ ज्यादा तो ज्यादा एक्सप्लोर करते जाओगे, जिवें जिवें तुसी आपदा जिहड़ा एरिया है जिन्ना ज्यादा एक्सप्लोर करोगे उन्नी ज्यादा स्पीशीज रिचनेस थानू ज्यादा देखने को मिलेगी। की मतलब है सर एदा? सुनो आप क्या जी अपना घर है, आप घर दे विच रहने हैं, आपां नूं जिहड़ियां स्पीशीज है ह्यूमनस वही देखने को मिलणगे। आप अपने घर तो बाहर निकल गए गली दे विच आ गए, गली च आपां नूं की देखने को मिलेगा? तुसी कहोगे जी या तो सर कोई गां या मझ भज रही होएगी, नॉर्मली आप गां की गल करते हो काऊ की, या सर सानू बिल्ली वगैरह देखने को मिल जाएगी है ना, या आप गल करिए सर सानू डॉग देखने को मिल जाएगा। मेन आही हुंदे हैं, आही देखने को मिलणगे। तुसी कहा जी बिल्कुल ठीक है। फिर आप चले गए सड़क ते, सड़क ते की देखने को मिलेगा? तुसी कहोगे जी लगभग सेम स्पीशीज देखने को मिलणगे आपां नूं। आपां चले गए जंगल दे विच, जंगल च की देखने को मिलेगा? तुसी कहोगे जी उत्थे सानू हिरन भी देखने को मिल सकता है, उत्थे शेर भी देखने को मिल सकता है ना, उत्थे सानू कोई लोमड़ी वगैरह भी देखने को मिल सकती है। तो मतलब तुसी जिवें जिवें आपदे एरिया नूं एक्सप्लोर करते जाओगे उवें उवें थानू जिहड़ी स्पीशीज का नंबर है, स्पीशीज की जिहड़ी रिचनेस है उहदे विच थानू वाधा देखने को मिलेगा। ਉਹੀ ਇਹਨਾਂ ने कहा सीगा सानू हम्बोल्ट साहब ने, जिवें जिवें तुसी एरिया एक्सप्लोर करते जाओगे उवें उवें अपने कोल की है स्पीशीज ज्यादा देखने को मिलणगियां आपां। दैट्स इट। लो जी साहब हो गया। अकॉर्डिंग टू द स्टडी ऑफ अलेक्जेंडर वॉन हम्बोल्ट, नाम ध्यान दे विच रखना है भाई, स्पीशीज एरिया रिलेशनशिप दिता किन्ने है ये तो याद रह जाए जी। सर ने दस्सिया सी स्पीशीज एरिया रिलेशनशिप। घरों बाहर निकले गली च पहुंचे, गली तो सड़क ते पहुंचे, सड़क तो जंगल च पहुंच गए। लेकिन क्यों पहुंचे, किने पहुंचाया? तुसी कहोगे जी सानू पहुंचाया अलेक्जेंडर साहब ने, कहते जाओ घूम के आओ। तो प्रैक्टिकली करके देखो कि वाकई ही तुहानू ज्यादा स्पीशीज देखने को मिलदियां है जिवें जिवें थोड़ा एरिया ऑफ एक्सप्लोरेशन बढ़ता है। ठीक है जी। सो अकॉर्डिंग टू द स्टडी ऑफ अलेक्जेंडर वॉन हम्बोल्ट इन साउथ अमेरिकन जंगल्स, आ गई कहानी जंगल दी। विद इन अ रीजन स्पीशीज रिचनेस इंक्रीजेस विद इंक्रीजिंग एक्सप्लोर्ड एरिया बट ओनली अप टू अ लिमिट। एक लिमिट है, तुसी चीज़ां जिहड़ियां स्पीशीज उहनूं एक्सप्लोर उदों तक कर सकते हो एक लिमिटेड एरिया तक। हुण तुसी पूरा दा पूरा जंगल छाणता
ਜਿੰਨੀਆਂ ਸਪੀਸੀਜ਼ ਮਿਲਣੀਆਂ ਸੀ ਮਿਲ ਗਈਆਂ ਭਾਈ, ਉਸ ਤੋਂ ਬਾਅਦ ਨਹੀਂ ਹੈਗੀਆਂ ਉਹਦੇ ਵਿੱਚ, ਹਨਾ। ਤਾਂ ਇਹ ਇੱਕ ਲਿਮਿਟ ਤੱਕ ਤੁਸੀਂ ਏਰੀਆ ਨੂੰ ਐਕਸਪਲੋਰ ਕਰੋਗੇ ਤਾਂ ਤੁਹਾਨੂੰ ਇੱਕ ਲਿਮਿਟ ਤੱਕ ਸਪੀਸੀਜ਼ ਰਿਚਨੈਸ ਇਨਕਰੀਜ਼ ਹੁੰਦੀ ਹੋਈ ਨਜ਼ਰ ਆਏਗੀ। ਕਿਹਨਾਂ ਨੇ ਦਿੱਤਾ ਸੀਗਾ? ਅਲੈਗਜ਼ੈਂਡਰ ਵੌਨ ਹੰਬੋਲਟ ਸਾਹਿਬ ਨੇ, ਤੇ ਇਹਦਾ ਇੱਕ ਗ੍ਰਾਫ ਵੀ ਆਪਣੇ ਕੋਲ ਉਹਨਾਂ ਨੇ ਬਣਾ ਕੇ ਦਿੱਤਾ ਸੀ, ਰਿਲੇਸ਼ਨਸ਼ਿਪ। ਠੀਕ ਹੈ, ਰਿਲੇਸ਼ਨਸ਼ਿਪ ਬਿਟਵੀਨ ਸਪੀਸੀਜ਼ ਰਿਚਨੈਸ ਐਂਡ ਏਰੀਆ ਗਿਵਸ ਅ ਰੈਕਟੈਂਗੂਲਰ ਹਾਈਪਰਬੋਲਾ। ਇੱਕ ਰੈਕਟੈਂਗੂਲਰ ਹਾਈਪਰਬੋਲਾ ਹੋਏਗਾ ਆਪਣੇ, ਠੀਕ ਹੈ, ਆਹ ਏਰੀਆ ਹੈ, ਆਹ ਸਪੀਸੀਜ਼ ਰਿਚਨੈਸ ਹੈ। ਜਿਵੇਂ ਜਿਵੇਂ ਤੁਸੀਂ ਏਰੀਆ ਨੂੰ ਐਕਸਪਲੋਰ ਕਰਦੇ ਜਾਓਗੇ ਉਵੇਂ ਉਵੇਂ ਤੁਹਾਡੀ ਜਿਹੜੀ ਸਪੀਸੀਜ਼ ਹੈ ਉਹਨਾਂ ਦੇ ਵਿੱਚ ਸਾਨੂੰ ਵਾਧਾ ਦੇਖਣ ਨੂੰ ਮਿਲੇਗਾ। ਤਾਂ ਉਹਨਾਂ ਨੇ ਸਾਨੂੰ ਰਿਪਰੈਜ਼ੈਂਟੇਸ਼ਨ ਦੇਤੀ, ਸਾਰੀ ਰਿਪਰੈਜ਼ੈਂਟੇਸ਼ਨ S is equals to CA raised to power Z। ਕੀ ਮਤਲਬ ਹੈ? S ਦਾ ਮਤਲਬ ਹੁੰਦਾ ਹੈ ਸਪੀਸੀਜ਼ ਰਿਚਨੈਸ, ਕਿਹਦੇ ਇਕੁਅਲ ਹੈ? C ਹੈ y ਇੰਟਰਸੈਪਟ, ਸਲੋਪ ਹੁੰਦੀ ਹੈ ਨਾ, ਆਹ y ਇੰਟਰਸੈਪਟ ਆਪਣੇ ਕੋਲ, ਸੌਰੀ Z ਨੂੰ ਬੋਲਾਂਗੇ ਸਲੋਪ ਆਫ ਦਾ ਲਾਈਨ, ਆਹ Z ਹੈ ਆਪਣੀ। ਠੀਕ ਹੈ, ਰਿਗਰੈਸ਼ਨ ਕੋਐਫੀਸ਼ੀਐਂਟ, ਸੋ ਆਪਾਂ ਮੈਥ ਵੱਲ ਨੂੰ ਨਹੀਂ ਜਾਵਾਂਗੇ, ਇਹ ਹੈ ਆਪਣੇ ਕੋਲ ਏਰੀਆ, ਸਿੰਪਲ ਯਾਦ ਰੱਖਾਂਗੇ ਵੀ ਐਵੇਂ ਹੁੰਦੀ ਹੈ, ਨਾ ਤਾਂ ਇਹਨੂੰ ਐਕਸਪੈਂਡ ਕਰਾਂਗੇ ਲੋਗਰਿਥਮਿਕ ਸਕੇਲ ਤੇ, ਕੁਝ ਵੀ ਨਹੀਂ ਕਰਾਂਗੇ। ਉਹਨੇ ਲੋਗਰਿਥਮਿਕ ਸਕੇਲ ਤਾਂ ਰਿਲੇਸ਼ਨਸ਼ਿਪ ਇਜ਼ ਅ ਸਟ੍ਰੇਟ ਲਾਈਨ, ਇਦਾਂ ਸਟ੍ਰੇਟ ਲਾਈਨ ਆ ਜਾਏਗੀ ਲੋਗਰਿਥਮਿਕ ਸਕੇਲ ਤੇ। ਠੀਕ ਹੈ, log s is equal to log c z log a, so log s is equals to log c, z ਅੱਗੇ ਆ ਜਾਏਗਾ log a। ਇਹਨਾਂ ਤੁਹਾਨੂੰ ਕੈਮਿਸਟਰੀ ਦੇ ਵਿੱਚ ਪਤਾ ਹੋਣਾ ਹੈ ਨਾ। c ਕੀ ਹੈ ਜੀ ਆਪਣੇ ਕੋਲ? y ਇੰਟਰਸੈਪਟ, that's it, s is equal to c a raised to power z। ਆ ਰਿਲੇਸ਼ਨ ਦਿੱਤਾ ਸੀ ਆਪਾਂ ਨੂੰ ਸਪੀਸੀਜ਼ ਰਿਚਨੈਸ ਦਾ ਉਹਨਾਂ ਸਾਹਿਬ ਨੇ। ਅਗਰ ਆਪਾਂ ਸਮਾਲ ਏਰੀਆ ਦੀ ਗੱਲ ਕਰਾਂਗੇ ਤਾਂ z ਦੀ ਵੈਲਿਊ 0.1 to 0.2 ਹੋਏਗੀ, ਲੇਕਿਨ ਲਾਰਜ ਏਰੀਆ ਦੀ ਗੱਲ ਕਰਾਂਗੇ ਪੂਰੇ ਦੇ ਪੂਰੇ ਕੰਟੀਨੈਂਟ ਦੀ ਤਾਂ ਲਾਈਨ ਇਜ਼ ਸਟੀਪਰ, z ਵੈਲਿਊ 0.6 to 1.2। ਤਾਂ ਜਿੰਨੀ ਜ਼ਿਆਦਾ ਲਾਈਨ ਆਪਣੀ ਸਟੀਪਰ ਹੁੰਦੀ ਹੈ ਨਾ, ਇਦਾਂ ਆਹ ਘੱਟ ਸਟੀਪਰ ਹੈ, ਆਹ ਜ਼ਿਆਦਾ ਸਟੀਪਰ ਹੈ। ਜਿੰਨੀ ਜ਼ਿਆਦਾ ਲਾਈਨ ਤੁਹਾਡੀ ਆ ਲੈਗਲੋ ਸਕੇਲ ਵਾਲੀ ਸਟੀਪਰ ਹੋਏਗੀ ਉਨੀ ਜ਼ਿਆਦਾ ਆਪਾਂ ਕਵਾਂਗੇ ਜੀ ਸਪੀਸੀਜ਼ ਰਿਚਨੈਸ ਜ਼ਿਆਦਾ ਹੈ। ਯਾਨੀ ਜਿੰਨਾ ਏਰੀਆ ਤੁਸੀਂ ਐਕਸਪਲੋਰ ਕਰੋਗੇ ਉਨਾ ਆਪਣੇ ਕੋਲ ਕੀ ਦੇਖਣ ਨੂੰ ਮਿਲੇਗਾ? स्पीशीज रिचनेस ज्यादा देखने को मिलेगी। सो जनरली फॉर स्मॉल एरिया द z वैल्यू इज 0.1 टू 0.2, लेकिन अगर आप बड़े एरिया की गल करांगे अपने को आंसर कितना आएगा 0.6 टू 1.2। एग्जांपल दी हुई है फ्रूगीवरस बर्ड्स की जो फ्रूट्स को खाते हैं एंड मैमल्स इन द ट्रॉपिकल फॉरेस्ट ऑफ डिफरेंट कॉन्टिनेंट्स, z वैल्यू इज 1.15। ठीक है, तो उत्थे उन्हां दी वैल्यू की है एक तो भी इंक्रीज कर जाती है। तो देखो ज्यादा स्पीशीज रिचनेस है, दैट्स इट। अगो आ गए जी टिलमैन साहब, उन्होंने की कहा अकॉर्डिंग टू डेविड टिलमैन प्लॉट्स विद मोर स्पीशीज शो लैस ईयर टू ईयर वेरिएशन इन टोटल बायोमास। तो हुण ध्यान दे विच रखियो, इन्हां ने एक इंपॉर्टेंट कहानी का जिक्र करता। पिछली कहानी अपनी अलेक्जेंडर वॉन हम्बोल्ट ने दसी सीगी, कहंदे भाई तुसीं जंगल दे विच घुम्मण जाओ, जिवें जिवें तुसीं जंगल घुमोगे उवें उवें तुहानूं जिहड़ा स्पीशीज दा भंडार देखण नूं मिलेगा, लेकिन एक पर्टिकुलर लिमिट तक। पहला दसो यह जिहड़ा भंडार सी समझ आया? फिर आप टिलमैन साहब की कहानी शुरू करांगे। बोलो भी बोलो, गल इत्थे तक क्लीयर है? चलो तो बिल्कुल क्लियर है, आ जाओ फिर। हुण टिलमैन साहब देखते हैं उन्होंने आपां नूं की कहता कि आपां नूं कहंदे आ भी भाई तुसीं एक गिवन प्लॉट लै लिया,
है ना। एक आह गिवन प्लॉट ले लिया, दो प्लॉट ले ले तुसी। ਆਪਾਂ ਗੱਲ ਕਰੀਏ ਇਸ ਗਿਵਨ ਪਲਾਟ ਦੇ ਵਿੱਚ ਸਾਨੂੰ ਕਿੰਨੀਆਂ ਸਪੀਸੀਜ਼ ਦੇਖਣ ਨੂੰ ਮਿਲਦੀਆਂ ਹੈ। ਮੰਨ ਕੇ ਆਪਾਂ ਸਪੀਸੀਜ਼ ਵੀ ਨਹੀਂ ਲੈਂਦੇ, ਆਪਾਂ ਇੱਕ ਸਿੰਪਲ ਐਗਜ਼ਾਮਪਲ ਨਾਲ ਸਮਝਦੇ ਹਾਂ। ਆਹ ਇੱਕ ਇੰਸਟੀਟਿਊਟ ਹੈ, ਆਹ ਇੱਕ ਇੰਸਟੀਟਿਊਟ ਹੈ, ਠੀਕ ਹੈ ਜੀ। ਇੰਸਟੀਟਿਊਟ A ਐਂਡ ਇੰਸਟੀਟਿਊਟ B। ਇਸ ਇੰਸਟੀਟਿਊਟ ਦੇ ਵਿੱਚ ਬੱਚੇ ਪੜ ਰਹੇ 1000, ਠੀਕ ਹੈ। ਇਸ ਇੰਸਟੀਟਿਊਟ ਦੇ ਵਿੱਚ ਬੱਚੇ ਪੜ ਰਹੇ 100। ਸਪੋਜ਼ ਕਰਕੇ ਚੱਲੋ, ਹੁਣ ਦੇਖੋ ਬਹੁਤ ਅੱਛੀ ਐਗਜ਼ਾਮਪਲ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਇੰਸਟੀਟਿਊਟ A ਦੇ ਵਿੱਚ ਬੱਚੇ ਹੈਗੇ ਆ ਜੀ 1000, ਇੰਸਟੀਟਿਊਟ B ਦੇ ਵਿੱਚ ਬੱਚੇ ਹੈਗੇ ਆ ਜੀ 100। ਆਪਾਂ ਕਿਹਾ ਜੀ ਇਹਦੇ ਵਿੱਚੋਂ 100 ਬੰਦਾ ਚਲਾ ਗਿਆ ਤੇ 20 ਬੰਦੇ ਨਵੇਂ ਆ ਗਏ। ਧਿਆਨ ਨਾਲ ਸੁਣਿਓ, 1000 ਬੱਚੇ ਪੜ ਰਹੇ ਸੀਗੇ, ਅਗਲੇ ਸਾਲ ਕੀ ਹੋਇਆ, 100 ਬੱਚਾ ਚਲਾ ਗਿਆ, 20 ਬੱਚੇ ਨਵੇਂ ਆ ਗਏ। ਫਰਕ ਕਿੰਨੇ ਦਾ ਹੋਇਆ? ਤੁਸੀਂ ਕਹੋਗੇ ਜੀ 1000 ਦੇ ਵਿੱਚੋਂ 100 ਗਿਆ ਸੀਗਾ, 900 ਰਹਿ ਗਏ, 20 ਨਵੇਂ ਆ ਗਏ, ਟੋਟਲ ਕਿੰਨੇ ਹੋ ਗਏ? 920। ਕਿੰਨਿਆਂ ਦਾ ਫਰਕ ਪਿਆ? 80 ਦਾ। ਕੋਈ ਜ਼ਿਆਦਾ ਫਰਕ ਨਹੀਂ ਪਿਆ ਇਹਨਾਂ ਨੂੰ, ਕਹਿੰਦੇ ਕੋਈ ਨਹੀਂ ਅਸੀਂ ਟੋਲਰੇਟ ਕਰ ਲਾਂਗੇ। ਇਹਨਾਂ ਦੀ ਗੱਲ ਕੀਤੀ, ਮੈਂ ਕਹਿੰਦਾ ਜੀ ਇਹਨਾਂ ਦੇ ਵਿੱਚੋਂ 70 ਬੱਚੇ ਚਲੇ ਗਏ ਤੇ 10 ਨਵੇਂ ਆਏ। 70 ਬੱਚੇ ਚਲੇ ਗਏ, 10 ਨਵੇਂ ਆਏ, ਮਤਲਬ 100 ਦੇ ਵਿੱਚੋਂ 70 ਗਏ 30, 30 ਦੇ ਵਿੱਚ 10 ਜੋੜ ਦੋ 40। ਵੀ ਭਾਈ ਇਹਨਾਂ ਕੋਲ ਰਹਿ ਹੀ 10, 40 ਗਏ। ਤਾਂ ਦੇਖੋ ਡੇਵਿਡ ਟਿਲਮਨ ਸਾਹਿਬ ਵੀ ਇਹੀ ਕਹਿਣਗੇ, ਇਹੀ ਕਹਿ ਰਹੇ ਨੇ, ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਕ ਗਿਵਨ ਪਲਾਟ ਦੀ ਗੱਲ ਕਰੀਏ, ਜਿੰਨੇ ਜ਼ਿਆਦਾ ਸਪੀਸੀਜ਼ ਹੋਣਗੇ ਉਹਨਾਂ ਦੇ ਵਿੱਚ ਸਟੇਬਿਲਿਟੀ ਜ਼ਿਆਦਾ ਹੋਏਗੀ, ਈਅਰ ਟੂ ਈਅਰ ਵੇਰੀਏਸ਼ਨ ਆਪਾਂ ਨੂੰ ਘੱਟ ਦੇਖਣ ਨੂੰ ਮਿਲੇਗੀ। ਲੇਕਿਨ ਜਦੋਂ ਆਪਣੇ ਕੋਲ ਕੋਈ ਏਰੀਆ ਹੈ, ਉੱਥੇ ਸਪੀਸੀਜ਼ ਆਲਰੇਡੀ ਘੱਟ ਹੈਗੀ ਹੈ, ਅਗਰ ਉਹਨਾਂ ਦੇ ਵਿੱਚ ਆਪਣੇ ਕੋਲ ਆਪਾਂ ਦੇਖੀਏ ਤਾਂ ਵੇਰੀਏਸ਼ਨ ਜ਼ਿਆਦਾ ਦੇਖਣ ਨੂੰ ਮਿਲਦੀਆਂ ਹੈ। ਆਹ ਕਿਨੇ ਕਿਹਾ ਸੀ ਆਪਾਂ ਨੂੰ? ਡੇਵਿਡ ਸਾਹਿਬ। ਟਿਲਮਨ ਸਾਹਿਬ ਦੀ ਵੀ ਕਹਾਣੀ ਆਪਾਂ ਨੂੰ ਕਲੀਅਰ ਹੋਗੀ। ਬੋਲੋ ਹੋਈ ਜਾਂ ਨਹੀਂ ਹੋਈ? ठीक है। So plots with more species show less year to year variation in total biomass. So increased diversity contributes to higher productivity. जिन्नी डाइवर्सिटी ज्यादा होएगी, मैं कहता जी प्लांट्स बहुत ने, प्रोडक्टिविटी ज्यादा होएगी। सो प्रोडक्टिविटी ज्यादा होना, इट इज एसेंशियल फॉर इकोसिस्टम हेल्थ एंड सर्वाइवल ऑफ ह्यूमन रेस। तो देखो हंस के दिखाता है इन्होंने, कहते जी ये कहानी ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਇਹਨਾਂ ਦਾ ਇੰਸਟੀਟਿਊਟ ਸੀਗਾ, ਇਹਨਾਂ ਦੇ ਵਿੱਚ 1000 ਬੱਚੇ ਸੀ, ਕਹਿੰਦਾ ਚਲੋ ਮੈਨੂੰ ਤਾਂ ਕੋਈ ਜ਼ਿਆਦਾ ਫਰਕ ਨਹੀਂ ਪਿਆ, ਹੱਸਣ ਲੱਗ ਪਏ ਹੈ ਨਾ। ਮੇਰੇ ਕੋਲ 920 ਬੱਚੇ ਤਾਂ ਚਲੋ ਹੈਗੇ ਹੀ ਹੈ। ਦੂਜੇ ਵਿਚਾਰੇ ਇੰਸਟੀਟਿਊਟ ਵਾਲੇ ਰੋਂਦੇ ਪਏ ਆ ਵੀ ਹੈਗੇ ਸਾਡੇ ਕੋਲ 100 ਬੱਚਾ ਸੀ, ਰਹਿ 40 ਗਿਆ ਹੈ ਨਾ, ਖਰਚੇ ਕਿੱਥੋਂ ਪੂਰੇ ਕਰਾਂਗੇ। बताइए कोई डाउट यहां तक, कोई दिक्कत, कोई परेशानी? चलो जी, अगली भी बहुत इंपॉर्टेंट है अपने को, हाइपोथेसिस। ਆਪਾਂ ਹੁਣ ਪੈਟਰਨ ਦੇ ਵਿੱਚ ਪੜਿਆ, ਇੱਕ ਲੈਟੀਟਿਊਡਨਲ ਗ੍ਰੇਡੀਐਂਟ ਪੜ੍ਹੇ ਹੈ ਆਪਾਂ, ਤੇ ਦੂਜਾ ਆਪਾਂ ਪੜਿਆ ਹੈ ਸਪੀਸੀਜ਼ ਏਰੀਆ ਰਿਲੇਸ਼ਨਸ਼ਿਪ। ਉਹਦੇ ਤਹਿਤ ਹੀ ਆਪਾਂ ਨੂੰ ਕਿਹਨੇ ਬਾਰੇ ਅਲੈਗਜ਼ੈਂਡਰ ਵੌਨ ਹੰਬੋਲਟ ਸਾਹਿਬ ਨੇ ਦੱਸਿਆ, ਤੇ ਉਹਦੇ ਨਾਲ ਹੀ ਆਪਾਂ ਗੱਲ ਕੀਤੀ ਆਪਣੇ ਕੋਲ ਡੇਵਿਡ ਟਿਲਮਨ ਸਾਹਿਬ ਦੀ। ਤੀਜਾ ਨਾਮ ਆਏਗਾ ਆਪਣੇ ਕੋਲ ਰਿਵਟ ਪੋਪਰ ਹਾਈਪੋਥੇਸਿਸ ਦੇ ਵਿੱਚ, ਪੌਲ ਐਲਰਿਚ, ਬਹੁਤ ਇੰਪੋਰਟੈਂਟ ਨਾਮ। ਸੋ ਥਰਡ ਥਿਊਰੀ ਇਜ਼ ਯੂਰ ਰਿਵਟ ਪੋਪਰ ਹਾਈਪੋਥੇਸਿਸ। ਕੀ ਮਤਲਬ ਹੁੰਦਾ ਹੈ ਰਿਵਟ ਪੋਪਰ ਹਾਈਪੋਥੇਸਿਸ ਦਾ? ਰਿਵਟ ਦਾ ਮਤਲਬ ਹੁੰਦਾ ਤੁਹਾਡੇ ਨਟ ਬੋਲਟ, ਪੋਪਰ ਯਾਨੀ ਪੌਪ ਕਰਨਾ, ਚੁਰਾ ਲੈਣਾ, ਕੱਢ ਲੈਣਾ। ਛੋਟੇ ਹੁੰਦੇ ਆਪਾਂ ਦੇਖਦੇ ਸੀ ਨਾ ਜਵਾਕ ਕੀ ਕਰਦੇ ਸੀ, ਆਪਣੇ ਨਾਲ ਦੇ ਜਿਹੜੇ ਬੈਂਚ ਦੇ ਉੱਪਰ ਬੈਠੇ ਹੁੰਦੇ ਸੀ, ਅਗਰ ਕੋਈ ਨਟ ਹਿਲਦਾ ਹੁੰਦਾ ਸੀ ਨਾ ਬੈਂਚ ਦਾ, ਕੱਢ ਲੈਂਦੇ ਸੀ ਉਹਨੂੰ। तो रिवेट है, रिवेट ਨੂੰ ਕੀ ਕਰ ਲੈਂਦੇ ਸੀ? ਪੌਪ ਕਰ ਲੈਂਦੇ ਸੀ। ਸੋ that is rivet popper hypothesis। ਕਿਹਦੇ ਤੇ ਬਿਹਾਫ ਤੇ ਇਹਨਾਂ ਨੇ ਦਿੱਤੀ ਸੀ? ਪੌਲ ਐਲਰਿਚ ਸਾਹਿਬ ਨੇ। ਤੁਸੀਂ ਕਹੋਗੇ it is an analogy used to understand the importance of biodiversity। ਇੱਕ analogy ਡਿਜ਼ਾਈਨ ਕੀਤੀ ਸੀ ਉਹਨਾਂ ਨੇ, ਕਿਹਨੂੰ ਸਮਝਣ ਵਾਸਤੇ? ਬਾਇਓਡਾਇਵਰਸਿਟੀ ਨੂੰ ਸਮਝਣ ਵਾਸਤੇ। ਤੁਸੀਂ ਕਹੋਗੇ ਸਰ ਕਿਵੇਂ?
ਕਿਨੇ ਪ੍ਰਪੋਜ਼ ਕੀਤੀ ਸੀ? ਸਟੈਨਫੋਰਡ ਇਕੋਲੋਜਿਸਟ ਸੀਗੇ ਪੌਲ ਐਲਰਿਚ ਨੇ। ਤਾਂ ਉਹਨਾਂ ਨੇ ਇੱਕ ਅੱਛੀ ਐਗਜ਼ਾਮਪਲ ਦੱਸੀ ਸੀ ਆਪਾਂ ਨੂੰ ਜਹਾਜ਼ ਨਾਲ ਰਿਲੇਟ ਕਰਕੇ। ਤੇ ਉਹਨਾਂ ਨੇ ਕਿਹਾ ਆਪਣਾ ਇੱਕ ਐਰੋਪਲੇਨ ਹੈ, ਐਰੋਪਲੇਨ ਨੂੰ ਕੀ ਕੰਸੀਡਰ ਕਰ ਲਿਆ? ਇਕੋਸਿਸਟਮ। ਸਾਰੇ ਦੇ ਸਾਰੇ ਜਿਹੜੇ ਪਾਰਟਸ ਨੇ ਜੁਆਇਨ ਕੀਤੇ ਹੋਏ ਆ ਰਿਵਟਸ ਦੇ ਨਾਲ। ਦੇਖੋ ਸੋ ਰਿਵਟ ਪੌਪਰ ਹਾਈਪੋਥੇਸਿਸ ਕਿਹਨਾਂ ਨੇ ਦਿੱਤੀ? ਪੌਲ ਐਲਰਿਚ। ਠੀਕ ਹੈ, ਕੌਣ ਸੀਗੇ? ਸਟੈਨਫੋਰਡ ਦੇ ਇਕੋਲੋਜਿਸਟ। ਠੀਕ ਹੈ ਜੀ। ਕੀ ਦੱਸਿਆ ਇਹਨਾਂ ਨੇ? ਇਹਨਾਂ ਨੇ ਕੰਸੀਡਰ ਕੀਤਾ ਇੱਕ ਐਰੋਪਲੇਨ ਨੂੰ ਐਜ਼ ਐਨ ਇਕੋਸਿਸਟਮ। ਤੇ ਐਰੋਪਲੇਨ ਪੂਰੇ ਦੇ ਪੂਰੇ ਜਿੰਨੇ ਵੀ ਪਾਰਟਸ ਹੈਗੇ ਉਹ ਆਪਸ ਦੇ ਵਿੱਚ ਕਿਵੇਂ ਅਟੈਚ ਨੇ? ਰਿਵਟਸ ਦੇ ਨਾਲ, ਹੈ ਨਾ। ਇਕੋਸਿਸਟਮ ਸਾਰਾ ਦਾ ਸਾਰਾ ਕਿਵੇਂ ਜੁਆਇੰਡ ਹੈ? ਸਪੀਸੀਜ਼ ਦੇ ਨਾਲ। ਫੂਡ ਚੇਨ ਦੀ ਗੱਲ ਕੀਤੀ ਸੀ ਨਾ ਆਪਾਂ, ਤੁਸੀਂ ਕਹੋਗੇ ਜੀ ਸਰ ਬਿਲਕੁਲ ਕੀਤੀ ਸੀ। ਮੈਂ ਕਹਤਾ ਜੀ ਪ੍ਰੋਡਿਊਸਰ ਇਹ ਵੀ ਇੱਕ ਸਪੀਸੀਜ਼ ਹੈ, ਪ੍ਰਾਇਮਰੀ ਕੰਜ਼ਿਊਮਰ ਇਹਨਾਂ ਦੀ ਵੀ ਇੱਕ ਸਪੀਸੀਜ਼ ਹੈ, ਸੈਕੰਡਰੀ ਕੰਜ਼ਿਊਮਰ ਇਹਨਾਂ ਦੀ ਵੀ ਹੀ ਕੁਝ ਸਪੀਸੀਜ਼ ਹੁੰਦੀਆਂ ਹੈ ਨਾ। ਤਾਂ ਇਹਨਾਂ ਨੇ ਕਿਹਾ ਆਹ ਜਿਹੜੀ ਸਾਰੀ ਦੀ ਸਾਰੀ ਸਪੀਸੀਜ਼ ਹੈ ਇੱਕ ਦੂਸਰੇ ਨਾਲ ਇੰਟਰਕਨੈਕਟਡ ਹੈ ਤੇ ਆਪਣਾ ਇੱਕ ਇਕੋਸਿਸਟਮ ਬਣਾ ਰਹੀ ਹੈ। ਠੀਕ ਹੈ, ਉਹਨਾਂ ਨੇ ਕਹਿਤਾ ਜੀ ਐਰੋਪਲੇਨ ਹੈਗਾ ਹੈ ਉਹ ਇੱਕ ਇਕੋਸਿਸਟਮ ਹੈ ਜਿਹਨੂੰ ਜੋੜਨ ਵਾਸਤੇ ਰਿਵਟਸ ਯਾਨੀ ਨਟ ਬੋਲਟ ਜ਼ਰੂਰੀ ਨੇ। ਹੁਣ ਉਹਨਾਂ ਨੇ ਕੀ ਐਨਾਲੋਜੀ ਕ੍ਰੀਏਟ ਕੀਤੀ ਵੀ ਭਾਈ ਅਗਰ ਕੋਈ ਵੀ ਪੈਸੇਂਜਰ ਉਸ ਐਰੋਪਲੇਨ ਦੇ ਵਿੱਚ ਜਾ ਕੇ ਬੈਠਦਾ ਹੈ ਤੇ ਜਿਵੇਂ ਹੀ ਉਹਦਾ ਡੈਸਟੀਨੇਸ਼ਨ ਆਉਂਦਾ ਹੈ ਉਹ ਇੱਕ ਰਿਵਟ ਆਪਦੇ ਨਾਲ ਆਪਦੀ ਜੇਬ ਦੇ ਵਿੱਚ ਪੱਟ ਕੇ ਆਪਦੀ ਜੇਬ 'ਚ ਪਾ ਕੇ ਲੈ ਆਂਦਾ ਤਾਂ ਕੀ ਹੋਏਗਾ? ਇੱਕ ਟਾਈਮ ਇਹੋ ਜਿਹਾ ਆਊਗਾ ਪੂਰਾ ਦਾ ਪੂਰਾ ਐਰੋਪਲੇਨ ਧੜਮ ਹੋ ਜਾਏਗਾ, ਨਸ਼ਟ ਹੋ ਜਾਏਗਾ, ਹੈਨਾ। ਹੁੰਦਾ ਹੈ ਕਿ ਨਹੀਂ ਹੁੰਦਾ? ਤੁਸੀਂ ਬੈਂਚ ਦੇ ਉੱਪਰ ਬੈਠਦੇ ਸੀਗੇ, ਅਗਰ ਉਸ ਬੈਂਚ ਦੇ ਲੱਗੇ ਸਾਰੇ ਦੇ ਸਾਰੇ ਨਟ ਜਿਹੜੇ ਹੈਗੇ ਆ ਤੁਸੀਂ ਲਾ ਕੇ ਆਪਦੇ ਬੈਗ ਦੇ ਵਿੱਚ ਪਾਉਂਦੇ ਤੇ ਘਰੇ ਆ ਜਾਂਦੇ, ਕੀ ਹੋਣਾ ਸੀ? ਕਿ ਉਹ ਬੈਂਚ ਡਿੱਗ ਪੈਣਾ ਸੀ? ਤੁਸੀਂ ਕਹੋਗੇ ਬਿਲਕੁਲ ਡਿੱਗਣਾ ਸੀ, ਅਸੀਂ ਵੀ ਡਿੱਗਦੇ ਅਗਰ ਅਸੀਂ ਉਹਦੇ ਉੱਪਰ ਜਾ ਕੇ ਬੈਠਦੇ ਤਾਂ। ਉਵੇਂ ਇਹਨਾਂ ਨੇ ਕਹਿਤਾ ਭਾਈ ਜੇਕਰ ਤੁਸੀਂ ਕਿਸੇ ਐਰੋਪਲੇਨ ਦੀ ਗੱਲ ਕਰ ਰਹੇ ਹੋ ਜਿੰਨੇ ਵੀ ਪਾਰਟਸ ਹੈਗੇ ਆ ਉਹ ਕੰਬਾਈਨਡ ਨੇ ਰਿਵਟਸ ਦੇ ਨਾਲ। ਅਗਰ ਤੁਸੀਂ ਜਾਓਗੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਖੂਫੀਆ ਗੱਲ ਆਂਦੀ ਹੈ, ਤੁਸੀਂ ਕਹੋਗੇ ਜੀ ਅਸੀਂ ਰਿਵਟ ਪੱਟ ਕੇ ਜੇਬ 'ਚ ਪਾ ਲੈਣੇ ਆ, ਵੇਚ ਦਾਂਗੇ ਜਾ ਕੇ, ਤਾਂ ਇੱਕ ਟਾਈਮ ਇਹੋ ਜਾਊਗਾ ਐਰੋਪਲੇਨ ਨਸ਼ਟ ਹੋ ਜਾਏਗਾ। ਸੇਮ ਕਹਾਣੀ ਇਕੋਸਿਸਟਮ ਦੇ ਨਾਲ ਰਿਲੇਟਡ ਹੈ। ਸਾਰੀਆਂ ਦੀਆਂ ਸਾਰੀਆਂ ਸਪੀਸੀਜ਼ ਇੱਕ ਦੂਸਰੇ ਉੱਪਰ ਇੰਟਰਡਿਪੈਂਡੈਂਟ ਨੇ ਤੇ ਉਸ ਇਕੋਲੋਜੀਕਲ ਬੈਲੈਂਸ ਨੂੰ ਮੇਨਟੇਨ ਕਰਕੇ ਰੱਖ ਰਹੀਆਂ। ਅਗਰ ਆਪਣੇ ਇਕੋਸਿਸਟਮ ਗਿਵਨ ਇਕੋਸਿਸਟਮ ਦੇ ਵਿੱਚੋਂ ਕੋਈ ਵੀ ਸਪੀਸੀਜ਼ ਲੋਸਟ ਹੋਈ ਤਾਂ ਪੂਰੇ ਦੇ ਪੂਰੇ ਇਕੋਲੋਜੀਕਲ ਬੈਲੈਂਸ ਨੂੰ ਵਿਗਾੜ ਦੇਗੀ ਉਹ। ਉਹੀ ਹੈ ਆਪਣੇ ਕੋਲ ਰਿਵਟ ਪੌਪਰ ਹਾਈਪੋਥੇਸਿਸ। ਪੜ੍ਹ ਲਓ ਭਾਵੇਂ। ਇਫ ਪੈਸੇਂਜਰਸ ਪੌਪ ਅ ਰਿਵਟ, ਯਾਨੀ ਅਗਰ ਕੋਈ ਵੀ ਸਪੀਸੀਜ਼ ਆਪਣੀ ਐਕਸਟਿੰਕਟ ਹੋ ਜਾਂਦੀ ਹੈ, ਅਗਰ ਕੋਈ ਵੀ ਸਪੀਸੀਜ਼ ਐਕਸਟਿੰਕਟ ਹੁੰਦੀ ਹੈ ਇਹਦਾ ਮਤਲਬ ਅਗਰ ਕੋਈ ਆਪਾਂ ਰਿਵਟ ਨੂੰ ਪੌਪ ਕਰਦੇ ਹਾਂ, ਪੱਟ ਲੈਂਦੇ ਹਾਂ, it may not affect flight safety functioning of the ecosystem, but as more and more rivets are removed the plane becomes dangerously weak। ਨਾ ਦੇਖੋ ਕਿਵੇਂ, ਅਗਰ ਆਪਾਂ ਇੱਕ ਨਟ ਪੱਟਿਆ ਸੀਗਾ ਤਾਂ ਜ਼ਿਆਦਾ ਕੁਝ ਫਰਕ ਨਹੀਂ ਪਏਗਾ ਆਪਣੇ ਬੈਂਚ ਨੂੰ, ਲੇਕਿਨ ਅਗਰ ਆਪਾਂ ਵਾਰ-ਵਾਰ ਬੈਂਚ ਦੇ ਜਿਹੜੇ ਆਪਣੇ ਕੋਲ ਨਟ ਹੈਗੇ ਉਹਨਾਂ ਨੂੰ ਪੱਟਣਾ ਸ਼ੁਰੂ ਕਰਾਂਗੇ, ਇੱਕ ਟਾਈਮ ਇਹੋ ਜਾਊਗਾ ਖਤਰਾ ਪੈਦਾ ਹੋ ਚੁੱਕਿਆ ਹੈ, ਅਗਰ ਕੋਈ ਵੀ ਉਹਦੇ ਤੇ ਬੈਠੇਗਾ ਡਿੱਗ ਸਕਦਾ ਹੈ। ਤਾਂ ਅਗਰ ਆਪਣੇ ਕੋਲ ਇੱਕ ਸਪੀਸੀਜ਼ ਐਕਸਟਿੰਕਟ ਹੁੰਦੀ ਹੈ ਜ਼ਿਆਦਾ ਕੋਈ ਖਤਰੇ ਵਾਲੀ ਕਹਾਣੀ ਨਹੀਂ, ਲੇਕਿਨ ਅਗਰ ਹੌਲੀ ਹੌਲੀ ਸਾਰੀਆਂ ਸਪੀਸੀਜ਼ ਐਕਸਟਿੰਕਟ ਹੋਣੀਆਂ ਸਟਾਰਟ ਹੋ ਗਈਆਂ ਤਾਂ ਫਿਰ ਉਹ ਖਤਰੇ ਦੀ ਘੰਟੀ ਹੈ, ਇਕੋਸਿਸਟਮ ਵੀਕ ਹੋ ਜਾਏਗਾ, ਪੂਰਾ ਇਕੋਲੋਜੀਕਲ ਬੈਲੈਂਸ ਵਿਗੜ ਜਾਏਗਾ। ਸੋ ਇਹ ਹੈ ਤੁਹਾਡੀ ਰਿਵਟ ਪੌਪਰ ਹਾਈਪੋਥੇਸਿਸ। ਬੋਲੋ ਕਲੀਅਰ ਹੈ? ਸੋ ਲਾਸ ਆਫ ਰਿਵਟਸ ਔਨ ਦਾ ਵਿੰਗਸ, ਕੀ ਸਪੀਸੀਜ਼ ਦੈਟ ਡਰਾਈਵ ਮੇਜਰ ਆ ਲੋ ਜੀ, ਇੱਥੇ ਕਹਾਣੀ ਆ ਗਈ ਕੀਸਟੋਨ ਸਪੀਸੀਜ਼ ਦੀ। ਪਹਿਲਾਂ ਤਾਂ ਆਪਣੇ ਜਿਹੜੇ ਪੈਸੇਂਜਰ ਸੀਗੇ ਉਹ ਅੰਦਰੋਂ ਨਟ ਬੋਲਟ ਲਾ ਕੇ ਉਖਾੜ ਕੇ ਲਿਆਂਦੇ ਰਹੇ, ਆਪਣਾ ਬੈਂਚ ਜਿੱਥੇ ਜਿਹੜੇ ਨਟਾਂ ਦੇ ਉੱਪਰ ਟਿਕਿਆ ਹੋਇਆ ਨਟ ਬੋਲਟ ਦੇ ਉੱਪਰ ਉਹਨੂੰ ਨਹੀਂ ਆਪਾਂ ਹੱਲੇ ਪੱਟਿਆ,
ਜਿਹੜੇ ਉਹਨਾਂ ਨੂੰ ਸਹਾਰਾ ਦੇ ਰਹੇ ਆ ਉਹਨਾਂ ਨੂੰ ਪੱਟਿਆ ਹੈ। ਲੇਕਿਨ ਇੱਕ ਟਾਈਮ ਇਹੋ ਜਿਹਾ ਆਇਆ ਕੋਈ ਬੱਚਾ ਬੈਠਾ ਉਹਦੇ ਉੱਪਰ ਉਹਨਾਂ ਨੇ ਉਸ ਨਟ ਨੂੰ ਪੱਟ ਲਿਆ ਜਿਹਦੇ ਤੇ ਪੂਰਾ ਦਾ ਪੂਰਾ ਬੈਂਚ ਟਿਕਿਆ ਹੋਇਆ, ਸਭ ਫਿਨਿਸ਼। ਉਵੇਂ ਇਹਦੇ ਬਾਰੇ ਗੱਲ ਹੋਈ ਹੈ ਵੀ ਅਗਰ ਆਪਾਂ ਗੱਲ ਕਰੀਏ ਜਿਹੜੇ ਵਿੰਗਸ ਤੇ ਅਗਰ ਤੁਸੀਂ ਰਿਵੇਟ ਨੂੰ ਪੌਪ ਕਰ ਲਿਆ, that drive the major ecosystem function is more dangerous to flight safety than loss of few rivets on the seats or windows inside the plane। ਫਿਰ ਕਿਵੇਂ ਤੁਸੀਂ ਉਡਾਓਗੇ? ਅੰਦਰ ਵਾਲੀਆਂ ਸੀਟਾਂ ਤੇ ਤੁਸੀਂ ਨਟ ਬੋਲਟ ਕਰ ਰਹੇ ਹੋ, ਜਹਾਜ਼ ਉੱਡੇਗਾ, ਲੇਕਿਨ ਅਗਰ ਤੁਸੀਂ ਉਹਦੇ ਜਿਹੜੇ ਪੰਖ ਹੈਗੇ ਆ ਹੈਨਾ, ਵਿੰਗਸ ਹੈਗੇ, ਉਹਦੇ ਨਟ ਪੱਟ ਲਏ ਬਈ, ਕਿਵੇਂ ਉਡਾਓਗੇ ਤੁਸੀਂ? ਠੀਕ ਹੈ। ਸੋ ਕੀਸਟੋਨ ਸਪੀਸੀਜ਼ ਦਾ ਕਨਸੈਪਟ ਆਂਦਾ ਇੱਥੇ। ਕੀਸਟੋਨ ਸਪੀਸੀਜ਼ ਨੰਬਰ ਦੇ ਵਿੱਚ ਘੱਟ ਹੈ, ਲੇਕਿਨ ਉਹਨਾਂ ਦੀ ਜਿਹੜੀ ਉੱਥੇ ਇੱਜ਼ਤ ਹੈ ਇੰਨੀ ਕੁ ਜ਼ਿਆਦਾ ਹੈ, ਅਗਰ ਉਹਨੂੰ ਤੁਸੀਂ ਐਲੀਮੀਨੇਟ ਕਰੋਗੇ ਕਿ ਭਾਈ ਸਾਰਾ ਸਿਸਟਮ ਤੁਹਾਡਾ ਵਿਗੜ ਜਾਏਗਾ। ਠੀਕ ਹੈ। ਸੋ ਦਿਸ ਇਜ਼ ਯੂਅਰ ਰਿਵੇਟ ਵੌਪਰ ਹਾਈਪੋਥੇਸਿਸ। ਕਿਹਨਾਂ ਨੇ ਦਿੱਤੀ ਸੀਗੀ? ਫਟਾਫਟ ਕਮੈਂਟ ਸੈਕਸ਼ਨ ਦੇ ਵਿੱਚ ਮੈਂਸ਼ਨ ਕਰ ਦਿਓ। ਤਿੰਨ ਥਿਊਰੀਆਂ ਪੜ੍ਹੀਆਂ ਆਪਾਂ, ਤਿੰਨ ਹਾਈਪੋਥੇਸਿਸ ਹੀ ਕਹਿ ਸਕਦੇ ਹਾਂ। ਇੱਕ ਆਪਾਂ ਪੜ੍ਹੀ ਹੈ ਅਲੈਗਜ਼ੈਂਡਰ ਵੌਨ ਹੰਬੋਲਟ ਦੀ, ਇੱਕ ਪੜ੍ਹੀ ਹੈ ਡੇਵਿਡ ਟਿਲਮੈਨ ਦੀ, ਇੱਕ ਆਪਾਂ ਪੜ੍ਹੀ ਹੈ ਤੀਜੀ ਰਿਵੇਟ ਵੌਪਰ ਹਾਈਪੋਥੇਸਿਸ। ਕਿਹਨਾਂ ਨੇ ਦਿੱਤੀ ਸੀ? ਫਟਾਫਟ ਮੈਂਸ਼ਨ ਕਰ ਦਿਓ। ਇਹ ਤੁਹਾਡੇ ਸਾਹਮਣੇ ਲਿਖਿਆ ਵੀ ਹੋਇਆ। बताइए क्या ये वाली कहानी आपके समझ में आई? ठीक है जी, चलो। तो की पढ़िया है आपा? पैटर्न्स ऑफ बायोडाइवर्सिटी, लैटिट्यूडिनल ग्रेडियंट, स्पीशीज एरिया रिलेशनशिप। S is equals to C A raised to power Z। स्पीशीज रिचनेस हो गया, एरिया हो गया, ठीक है, स्लोप हो गया, ये सारिया चीज़ां आप कंसिडर करके चले सी। स्पीशीज एरिया रिलेशनशिप किन्हां ने दिता सीगा? तीन साइंटिस्ट लिखदा मैं, फटाफट दसियो उन्होंने की दिता सी। अलेक्जेंडर वॉन हम्बोल्ट, ठीक है जी। एक साहब सीगे अपने डेविड टिलमैन, एक साहब सीगे अपने पॉल एलरिच। तो किन्हां ने की दिता? फटाफट आंसर कर दो, फिर थोड़ी क्लास फिनिश है। करो आंसर। वॉन हम्बोल्ट साहब ने आपां नूं की कहा सी, डेविड टिलमैन साहब आपां नूं की कहंदे सीगे, ते पॉल एलरिच साहब आपां नूं की कहंदे सी? करो करो फटाफट करो। सो वॉन हम्बोल्ट साहब आपां नूं कहंदे सीगे स्पीशीज ते एरिया बारे। जिवें जिवें तुसी एरिया एक्सप्लोर करोगे, स्पीशीज अपने कोल वधदियां जाणगियां। ट्रू है। टिलमैन साहब आपां नूं कहंदे है अगर तुसी गिवन एरिया दी गल करदे हो, अगर स्पीशीज रिचनेस उत्थे ज्यादा है तो आपां नूं लैस ईयर टू ईयर वेरिएशन देखने नूं मिलणगी। ठीक है। फिर आए जी पॉल एलरिच, इन्हां ने की दिता आपां नूं रिवेट वॉपर
हाइपोथेसिस। ठीक है जी। सो सेकंड लेक्चर अपना सेकंड पार्ट अपना जिहड़ा है इस चैप्टर का वो इत्थे खत्म होंदा है। अगे पढ़ांगे अपनी बायोडाइवर्सिटी लॉस होने के कारण की ने, ओवर एक्सप्लॉयटेशन की हुंदा है, हैबिटेट लॉस की हुंदा है, वो सारियां चीज़ां आपां डिस्कस करांगे। अगर लेक्चर समझ लग रही है, समझ आ रहा है जो भी आप पढ़ रहे हैं, तो कमेंट सैक्शन दे विच मेंशन जरूर करके दस्या करो। कोई डाउट हुंदा है तो जरूर पूछा करो। नाल दी नाल चैनल नूं सबसक्राइब भी कर दिया करो, क्योंकि नोटिफिकेशन जो हैगी वो तुहाडे तक पहुंचनी है। ठीक है जी, बोलो भी अगर किसी भी तरह का कोई डाउट है तो पूछ लो, नहीं तो फिर आपां लेक्चर अज दा खत्म करते हैं इत्थे। ठीक है, नो डाउट। हाँ, अगर कोई पीडीएफ लेना चाहता है, जिन्ना भी आपां क्लास नोट्स बनाने हैं, है ना, तो तुसी इस टेलीग्राम चैनल जो ऊपर अपना दिता होया है, इनू तुसी ज्वाइन कर सकते हो। सो चैनल का नाम है जी, टेलीग्राम चैनल का बायोलॉजी बाय निवेश सर अबोहर। डीएनए वाली फोटो लगी हुई है, थोड़ी देर तक आप फोटो भी चेंज कर देंगे, थोड़े दिनों तक। ठीक है, चलो तो ठीक है जी, फिर मिलते हैं आप नेक्स्ट लेक्चर दे विच। थैंक यू सो मच एंड ऑल द बेस्ट। बाय बाय, टेक केयर।